ਵਾਪਰੀਆਂ ਅਤੇ ਉਸ ਤੋਂ ਬਾਅਦ ਜਿਸ ਕਿਸਮ ਦੀਆਂ ਨਾਟਕੀ ਘਟਨਾਵਾਂ ਤੇ ਉਹਨਾਂ ਦੀ ਲੜੀ ਵਾਪਰੀ ਹੈ ਤੇ ਅਜੇ ਵਾਪਰ ਰਹੀ ਹੈ, ਜਿਹੜੀ ਅਜੇ ਕਿਸੇ ਵੀ ਅੰਤਮ ਪੜਾਅ ਤੇ ਜਾਂ ਨਤੀਜੇ ਤੇ ਜਾਂ ਟੀਚੇ ਤੇ ਨਹੀਂ ਪਹੁੰਚੀ, ਅਜੇ ਉਹ ਜਾਰੀ ਹੈ ਤੇ ਅਜੇ ਭਵਿੱਖ ਅੰਦਰ ਅੰਦਾਜ਼ੇ ਲਾਏ ਜਾ ਸਕਦੇ ਨੇ ਕੀ ਕੁਛ ਹੋਣ ਵਾਲਾ ਹੈ। ਸੋ ਇਹ ਸਾਰੇ ਘਟਨਾਕ੍ਰਮ ਦੀ ਕੀ ਵਿਆਖਿਆ ਬਣਦੀ ਹੈ, ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ 'ਚ ਆਪਾਂ ਮੁੱਖ ਤੌਰ ਤੇ ਇਸੇ ਬਾਰੇ ਗੱਲ ਕਰਾਂਗੇ। ਇਹ ਜੋ ਸਾਰਾ ਘਟਨਾਕ੍ਰਮ ਜੋ 26 ਨੂੰ ਵਾਪਰਿਆ ਤੇ ਉਸ ਤੋਂ ਬਾਅਦ ਜੋ ਵਾਪਰ ਰਿਹਾ ਹੈ, ਜੋ ਅੱਗੇ ਵੀ ਵਾਪਰਨਾ ਹੈ, ਉਹਦੇ ਦੋ ਵਿਸ਼ੇਸ਼ਤਾਵਾਂ। ਇੱਕ ਤਾਂ ਉਹ ਅਕਾਰਨ ਨਹੀਂ, ਉਹਦੇ ਨਿਸ਼ਚਿਤ ਕਾਰਨ। ਦੂਜਾ ਬਿਲਕੁਲ ਵੀ ਅਚਾਨਕ ਕੁਛ ਨਹੀਂ, ਇੱਕ ਲੰਮੇ ਚਿਰ ਤੋਂ ਘੜੀ ਤੇ ਅਮਲ ਵਿੱਚ ਲਿਆਂਦੀ ਜਾ ਰਹੀ ਨੀਤੀ ਦੇ ਵਿੱਚ ਉਹ ਵਿੱਚ ਹੀ ਫਿੱਟ ਹੁੰਦਾ ਹੈ। ਹਾਂ, ਉਹਦੇ 'ਚ ਉਤਰਾਅ ਚੜਾਅ ਜ਼ਰੂਰ ਆਉਂਦੇ ਨੇ ਤੇ ਕੁਛ ਰੱਦੋ ਬਦਲ ਵੀ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਟੈਕਟੀਕਲ ਐਡਜਸਟਮੈਂਟਸ। ਸਿਚੁਏਸ਼ਨ ਮੁਤਾਬਕ ਉਹਦੇ ਵਿੱਚ ਕੁਛ ਅਦਲਾ ਬਦਲੀਆਂ ਕੀਤੀਆਂ ਜਾਂਦੀਆਂ ਨੇ। ਸੋ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਹੈ। ਤੇ ਉਹਦੇ 'ਚ ਆਪਾਂ ਸ਼ੁਰੂ ਕਰਦੇ ਹਾਂ ਇੱਥੋਂ ਕਿ ਜਦੋਂ ਦੀ BJP ਸੱਤਾ ਦੇ ਵਿੱਚ ਆਈ ਹੈ, ਮੋਦੀ ਦੀ ਸਰਕਾਰ 2014 ਤੋਂ, ਉਦੋਂ ਉਹਦੇ ਸਾਹਮਣੇ ਪੋਲੀਟੀਕਲ ਏਜੰਡਾ ਕੀ ਸੀ, ਇਹਦੇ ਬਾਰੇ ਆਪਾਂ ਬਹੁਤੀ ਗੱਲ ਨਹੀਂ ਕਰਨੀ। ਇਹ ਇੰਨੀ ਆਮ ਹੈ ਜਿਹੜੀ ਹਰ ਕਿਸੇ ਨੂੰ ਹੀ ਪਤਾ ਹੈ। ਪਰ ਅੱਜ ਜੋ ਘਟਨਾਕ੍ਰਮ ਵਾਪਰ ਰਿਹਾ ਹੈ ਉਹਦੇ ਨਾਲ ਜਿੰਨਾ ਕੁ ਉਹਦਾ ਸੰਬੰਧ ਜੁੜਦਾ ਆਪਾਂ ਉਨੀ ਕੀ ਗੱਲ ਕਰਾਂਗੇ। ਉਹਦੇ 'ਚ ਇਹ ਹੈ ਕਿ ਉਸ ਏਜੰਡੇ ਦੇ ਵਿੱਚ ਇਹਨਾਂ ਨੇ ਕੁਝ ਦੁਸ਼ਮਣ ਟਿੱਕੇ ਸੀ, ਦੁਸ਼ਮਣ ਤਾਕਤਾਂ, ਤੇ ਉਹਨਾਂ ਨਾਲ ਨਜਿੱਠਣ ਦੇ ਕਾਰਜ ਮਿੱਥੇ ਸੀ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਜਿਹੜੀਆਂ ਮੁਸਲਿਮ ਵਰਗ ਹੈ ਉਸ ਦੇ ਉੱਤੇ ਮੁੱਖ ਅਟੈਕ ਰੱਖਣਾ ਹੈ। ਆਮ ਤੌਰ 'ਤੇ ਧਾਰਨਾ ਜਿਹੜੀ ਵਾਰ-ਵਾਰ ਕਹੀ ਜਾਂਦੀ ਹੈ ਕਿ ਇਹ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਇਹ ਹਮਲਾਵਰ ਹੈ ਤੇ ਉਹਨਾਂ ਪ੍ਰਤੀ ਇੱਕ ਨਫ਼ਰਤ ਲੈ ਕੇ ਚੱਲਦੇ ਹੈ। ਇਹ ਗੱਲ ਜਨਰਲੀ ਟਰੂ ਹੈ, ਸੱਚੀ ਹੈ, ਪਰ ਜਦੋਂ ਇਹ ਲਾਗੂ ਹੁੰਦੀ ਹੈ ਇਹ ਬਿਲਕੁਲ ਇਨ ਬਿਨ ਇੱਕੋ ਜਿਹੀ ਤਰ੍ਹਾਂ ਨਹੀਂ ਲਾਗੂ ਹੁੰਦੀ ਕਿ ਸਾਰੀਆਂ ਹੀ ਘੱਟ ਗਿਣਤੀਆਂ ਪ੍ਰਤੀ ਇੱਕੋ ਜਿਹੀ ਸ਼ਿੱਦਤ ਨਾਲ ਜਾਂ ਇੱਕੋ ਤਿੱਖਾ ਹਮਲਾ ਹੋਏਗਾ। ਸੋ ਜੋ ਕੁਝ ਹੁਣ ਤੱਕ ਸਾਹਮਣੇ ਆਇਆ, ਜੋ ਨੀਤੀ ਉਹ ਅਮਲ 'ਚ ਆਈ ਹੈ, ਉਹਦੇ 'ਚ ਆਪਾਂ ਇਹ ਪ੍ਰਤੱਖ ਦੇਖ ਸਕਦੇ ਹਾਂ ਕਿ ਹਮਲੇ ਦੀ ਮੁੱਖ ਧਾਰ ਮੁਸਲਿਮ ਵਰਗ ਵੱਲ ਸੇਧਤ ਹੈ। ਜਿਹੜਾ ਈਸਾਈ ਨੇ 2014 ਤੋਂ ਬਾਅਦ ਜਦੋਂ ਇਹ ਸੱਤਾ 'ਚ ਨਹੀਂ ਆਏ ਸੀ, ਕਬੀਲੀ ਖੇਤਰਾਂ 'ਚ ਇਹਨਾਂ ਦਾ ਰੁਖ ਬਹੁਤ ਹੀ ਹਮਲਾਵਰ ਸੀ। ਜਦੋਂ ਉਹ ਪਾਦਰੀ ਸਟੇਨ ਤੇ ਉਹਦੇ ਬੱਚੇ ਸਾੜੇ ਗਏ ਨੇ, ਪਰ ਸੱਤਾ 'ਚ ਆਉਣ ਤੋਂ ਬਾਅਦ ਇਹਨਾਂ ਨੇ ਆਪਦਾ ਇੱਕਦਮ ਰੁਖ ਬਦਲਿਆ, ਉਹਦੇ ਵਿੱਚ ਬੜੀ ਵੱਡੀ ਟੈਕਟੀਕਲ ਚੇਂਜ ਕੀਤੀ ਹੈ। ਉਹਨਾਂ ਨੂੰ ਆਪਦੇ ਫੌਰੀ ਏਜੰਡੇ ਦੇ ਵਿੱਚੋਂ ਬਾਹਰ ਕੱਢਤਾ ਇਹਨਾਂ ਨੇ, ਤੇ ਪੰਜਾਬ 'ਚ ਤਾਂ ਸਗੋਂ ਉਲਟਾ ਹੋ ਗਿਆ ਕਿ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਜਾਵੇ। ਉਹ ਕਿਉਂ ਹੈ, ਉਹਦੇ ਪਿੱਛੇ ਕਿਹੜੀ ਥਿੰਕਿੰਗ ਹੈ, ਆਪਾਂ ਬਾਅਦ ਜਾ ਕੇ ਗੱਲ ਕਰਾਂਗੇ। ਸੋ ਇਸ ਹਿਸਾਬ ਨਾਲ ਈਸਾਈ ਵਰਗ ਪਾਸੇ ਕੱਢਤਾ ਹੈ। ਸਿੱਖਾਂ ਪ੍ਰਤੀ ਇਹਦੀ ਜਿਹੜੀ ਨੀਤੀ ਹੈ ਉਹ ਆਮ ਤੌਰ 'ਤੇ ਇਹ ਹੈ ਵੀ ਸਿੱਖਾਂ ਪ੍ਰਤੀ ਇਹ ਇੱਕ ਵਿਤਕਰਾ ਤਾਂ ਚਲੋ ਰੱਖਦੇ ਨੇ, ਈਰਖਾ ਤੇ ਦੁਸ਼ਮਣੀ ਦਾ ਭਾਵ ਲੈ ਕੇ ਚੱਲਦੇ ਨੇ। ਇਹ ਗੱਲ ਆਪਦੇ ਆਪ 'ਚ ਗਲਤ ਨਹੀਂ, ਪਰ ਜਦੋਂ ਇਹ ਅਮਲ 'ਚ ਲਾਗੂ ਹੁੰਦੀ ਹੈ ਉਦੋਂ ਇਹ ਕੁਛ ਭੁਲੇਖਿਆਂ ਨੂੰ ਜਾਂ ਭਰਮਾਂ ਨੂੰ ਵੀ ਜਨਮ ਦੇ ਦਿੰਦੀ ਹੈ। ਸਿੱਖਾਂ ਪ੍ਰਤੀ ਉਹਦੀ ਨੀਤੀ ਦਾ ਜਿਹੜਾ ਪੱਖ ਸਾਹਮਣੇ ਆ ਰਿਹਾ ਹੈ ਉਹ ਇਹ ਹੈ ਕਿ ਇਹਨਾਂ ਦੀ ਜਿਹੜੀ ਲੋੜ ਵੀ ਹੈ ਤੇ ਨੀਤੀ ਵੀ ਹੈ ਵੀ ਸਿੱਖਾਂ ਨੂੰ ਦੂਰ ਨਾ ਧੱਕਿਆ ਜਾਵੇ, ਉਹਨਾਂ ਨੂੰ ਆਪਣੇ ਬਣਾ ਕੇ ਆਪਦੇ ਵਿੱਚ ਜਜ਼ਬ ਕੀਤਾ ਜਾਵੇ। ਮੁਸਲਮਾਨਾਂ ਨੂੰ ਆਪਣੇ ਬਣਾ ਕੇ ਆਪਦੇ ਵਿੱਚ ਜਜ਼ਬ ਕਰਨ ਦੀ ਕੋਈ ਯੋਜਨਾ ਨਹੀਂ, ਕੋਈ ਸੋਚ ਨਹੀਂ। ਸੋ ਉਹਨਾਂ ਨੂੰ ਐਲੀਮੀਨੇਟ ਕਰਨਾ ਕਿ ਉਹਨਾਂ ਨੂੰ ਤਾਂ ਇਸ ਹੱਦ ਤੱਕ ਖਤਮ ਕਰ ਦਿਓ ਤੇ ਡਰਾ ਦਿਓ ਕਿ ਉਹਨਾਂ ਦੀ ਹਸਤੀ ਤਕਰੀਬਨ ਮਿਟ ਜਾਵੇ ਤੇ ਉਹ ਇੱਕ ਮੁਕੰਮਲ ਗੁਲਾਮ ਨਾਗਰਿਕ ਬਣ ਕੇ ਇੱਥੇ ਰਹਿਣਾ ਉਹ ਆਪਣਾ ਪ੍ਰਵਾਨ ਕਰ ਲੈਣ। ਜਿਵੇਂ ਮੁਗਲ ਰਾਜ 'ਚ ਹਿੰਦੂ ਆਗੂਆਂ ਨੇ ਤੇ ਹਿੰਦੂ ਸਮਾਜ ਨੇ ਇੱਕ ਜਨਰਲ ਜੀ ਆਪਦੀ ਪਹੁੰਚ ਅਪਣਾ ਲਈ ਸੀ ਕਿ ਆਪਣੀ ਹੋਂਦ ਬਚਾਉਣ ਵਾਸਤੇ ਹੁਣ ਇਹਦੀ ਮੁਕੰਮਲ ਅਧੀਨਗੀ ਕਬੂਲ ਕਰ ਲਓ। ਸੋ ਉਹਨਾਂ ਨੂੰ ਤਾਂ ਉਹ ਉਸ ਪੈਂਤੜੇ 'ਤੇ ਲਿਆਉਣਾ ਚਾਹੁੰਦੇ ਨੇ। ਸਿੱਖਾਂ ਪ੍ਰਤੀ ਉਹਨਾਂ ਦੀ ਗੱਲ ਐਲੀਮੀਨੇਸ਼ਨ ਦੀ ਨਹੀਂ, ਜਿਹੜੀ ਮੇਜਰ ਉਹਦੇ 'ਚ ਆਸਪੈਕਟ ਹੈ ਉਹ ਹੈਗੀ ਹੈ ਅਸਿਮੀਲੇਸ਼ਨ, ਜਿਹਨੂੰ ਅਸੀਂ ਕਹਿੰਦੇ ਹਾਂ। ਬੜੀ ਸਪੈਸੀਫਿਕ ਟਰਮ ਹੈ ਜਿਹੜੀ ਸਾਰੀ ਦੁਨੀਆ ਨੂੰ ਜਾਣਦੀ ਹੈ ਕਿ ਤੁਸੀਂ ਕਿਸੇ ਦੂਜੇ ਵਰਗ ਨੂੰ ਆਪਣਾ ਕਹਿ ਕੇ ਆਪਦੇ ਵਿੱਚ ਜਜ਼ਬ ਕਰ ਲਓ। ਸੋ ਉਹਦੀ ਕਲਚਰਲ ਹਸਤੀ ਖਤਮ ਕਰ ਦਿਓ, ਜਿਸਮਾਨੀ ਹਸਤੀ ਨਹੀਂ। ਸੋ ਆਮ ਨੀਤੀ ਉਹਦੇ 'ਚ ਇਹ ਹੈ। ਹੁਣ ਉਹਦੇ ਵਿੱਚ ਅੜਿੱਕਾ ਕਿੱਥੇ ਲੱਗ ਰਿਹਾ ਹੈ?
ਅੜਿੱਕਾ ਲੱਗ ਰਿਹਾ ਸਿੱਖਾਂ ਦੇ ਉਸ ਵਰਗ ਵੱਲੋਂ ਜਿਹੜਾ ਬਹੁਤ ਜ਼ੋਰ ਨਾਲ ਤੇ ਦ੍ਰਿੜਤਾ ਨਾਲ ਇਹ ਕਹਿ ਰਿਹਾ ਅਸੀਂ ਹਿੰਦੂ ਧਰਮ ਦਾ ਅੰਗ ਨਹੀਂ, ਅਸੀਂ ਇੱਕ ਸੁਤੰਤਰ ਧਰਮ ਆ ਜਿਹੜਾ ਆਪਦੇ ਆਪ ਵਿੱਚ ਸੁਤੰਤਰ ਧਰਮ ਹੈ। ਇਸ ਕਰਕੇ ਅਸੀਂ ਇਹ ਜਿਹੜੀ ਅਸਿਮੀਲੇਸ਼ਨ ਦੀ ਨੀਤੀ ਹੈ ਜਾਂ ਜਿਹੜੀ ਯੋਜਨਾ ਹੈ ਜਾਂ ਜਿਹੜੇ ਮਨੋਰਥ ਨੇ ਅਸੀਂ ਉਹ ਪੂਰੇ ਨਹੀਂ ਹੋਣ ਦੇਣੇ। ਤੇ ਉਹ ਬਹੁਤ ਸਰਗਰਮੀ ਨਾਲ ਤੇ ਉੱਚੀ ਤੇ ਦ੍ਰਿੜਤਾ ਨਾਲ ਇਹ ਪੋਜੀਸ਼ਨ ਲੈਂਦੇ ਆ ਰਹੇ ਨੇ, ਜਿਹੜੀ ਇਹਨਾਂ ਦੇ ਸਾਰੇ ਉਸ ਯੋਜਨਾ 'ਚ ਉਸ ਏਜੰਡੇ ਦੇ ਰਾਹ ਵਿੱਚ ਵੱਡੀ ਰੁਕਾਵਟ ਬਣਦੀ ਹੈ। ਪਰ ਹੁਣ ਇਹ ਗੱਲ ਕਹਿ ਕੇ ਉਹਨਾਂ ਤੇ ਹਮਲਾ ਕਰਨਾ ਬਹੁਤਾ ਨੰਗਾ ਚਿੱਟਾ ਹੈ। ਉਹਦੇ ਨਾਲ ਵੀ ਅਸਿਮੀਲੇਸ਼ਨ ਦੇ ਪ੍ਰੋਜੈਕਟ ਨੂੰ ਢਾਹ ਲੱਗਦੀ ਹੈ। ਫਿਰ ਸਭ ਤੋਂ ਵਧੀਆ ਗੱਲ ਜਿਹੜੀ ਕਾਂਗਰਸ ਨੇ ਵਾਰ-ਵਾਰ ਪਰ ਅਮਲ 'ਚ ਲਿਆਂਦੀ, ਅਜਮਾਈ ਤੇ ਸਫਲ ਹੋਏ, ਉਹ ਇਹ ਹੈ ਕਿ ਇਹਨਾਂ ਉੱਤੇ ਖਾਲਿਸਤਾਨੀ ਹੋਣ ਦਾ ਦੋਸ਼ ਲਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਖੜਾ ਹੋਣ ਦੀ ਦੁਹਾਈ ਦੇ ਕੇ ਲੋਕਾਂ ਦੇ ਵਿੱਚ ਜਿਹੜੀਆਂ ਰਾਸ਼ਟਰਵਾਦੀ ਭਾਵਨਾਵਾਂ ਹਨ ਉਹ ਭੜਕਾਈਆਂ ਜਾਣ, ਜਿਹਦੇ 'ਚ ਇਕੱਲੇ ਬੀਜੇਪੀ ਦੇ ਘੇਰੇ ਹੀ ਸਰਗਰਮ ਨਹੀਂ ਹੋਣਗੇ। ਉਹਦੇ ਵਿੱਚ ਜਿਹੜਾ ਵੀ ਨੈਸ਼ਨਲਿਸਟ ਹੈ ਉਹ ਸਾਰਿਆਂ ਨੂੰ, ਭਾਵੇਂ ਉਹ ਸੈਕੂਲਰਿਸਟ ਹੈ, ਭਾਵੇਂ ਉਹ ਲੈਫਟਿਸਟ ਹੈ, ਭਾਵੇਂ ਕੋਈ ਵੀ ਹੈ, ਉਹ ਸਾਰੇ ਇਹਦੇ ਵਿੱਚ ਨਾਲ ਲਏ ਜਾ ਸਕਦੇ ਹਨ। ਸੋ ਇਹ ਰਣਨੀਤੀ ਉਹਨਾਂ ਦੀ ਹੈ ਕਿ ਓਸਟੈਂਸ਼ਿਵਲੀ ਜਿਹਨੂੰ ਨੇ ਕਹਿੰਦੇ ਆਪਾਂ, ਦੇਖਣ 'ਚ ਇਹ ਕਹੋ ਕਿ ਅਸੀਂ ਖਾਲਿਸਤਾਨੀ ਜਿਹੜੇ ਹੈਗੇ ਤੱਤ, ਅਸੀਂ ਉਹਨਾਂ ਤੇ ਹਮਲਾ ਕਰਦੇ ਹਾਂ, ਸਿੱਖਾਂ ਤੇ ਨਹੀਂ। ਸੋ ਉਹਨਾਂ ਨੂੰ ਸਿੱਖਾਂ ਦੀ ਕੈਟੇਗਰੀ 'ਚੋਂ ਬਾਹਰ ਕੱਢ ਲੈਣਾ ਤੇ ਇਸ ਤਰ੍ਹਾਂ ਪ੍ਰਚਾਰ ਕਰਨਾ ਕਿ ਖੁਦ ਸਿੱਖਾਂ ਦੇ ਕੁਛ ਹਿੱਸੇ ਇਹਨੂੰ ਠੀਕ ਸਮਝਣ ਲੱਗ ਜਾਂਦੇ ਆ ਕਿ ਸਿੱਖਾਂ ਪ੍ਰਤੀ ਤਾਂ ਉਹਨਾਂ ਦਾ ਬਹੁਤ ਦੋਸਤਾਨਾ ਵਤੀਰਾ ਹੈ। ਇਹ ਤਾਂ ਜਿਹੜੇ ਬੰਦੇ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੇ ਨੇ, ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਇਹ ਤਾਂ ਉਹਨਾਂ ਦਾ ਹੈ। ਕਿਉਂਕਿ ਜਿਹੜਾ ਆਮ ਸ਼ਹਿਰੀ ਹੁੰਦਾ ਉਹਦੇ 'ਚ ਸਮਰੱਥਾ ਨਹੀਂ ਹੁੰਦੀ ਕਿ ਜੋ ਵਾਪਰ ਰਿਹਾ, ਜੋ ਵਿਜ਼ੀਬਲ ਹੈ, ਉਹਦੇ ਪਿੱਛੇ ਜੋ ਹੈ, ਜੋ ਇਨਵਿਜ਼ੀਬਲ ਹੈ, ਉਹਨਾਂ ਨੂੰ ਉਹਦਾ ਪਤਾ ਨਹੀਂ ਲੱਗਦਾ। ਉਹਨਾਂ ਨੂੰ ਸਿਰਫ ਸਥੂਲ ਦਾ ਪਤਾ ਲੱਗਦਾ ਹੈ, ਜਿਹੜਾ ਨੰਗੀ ਅੱਖ ਨੂੰ ਦੀਂਦਾ ਹੈ, ਜਿਹੜਾ ਸੂਖਮ ਹੈ ਤੇ ਜਿਹਦੇ ਵਾਸਤੇ ਦ੍ਰਿਸ਼ਟੀ ਸੂਖਮ ਚਾਹੀਦੀ ਹੈ, ਉਹ ਉਹਨਾਂ ਨੂੰ ਨਹੀਂ ਦਿੰਦਾ। ਤੇ ਇਸ ਦਾ ਹਰ ਹਾਕਮ ਹਰ ਦੇਸ਼ ਦੇ ਵਿੱਚ ਹੀ ਤੇ ਹਰ ਯੁੱਗ ਦੇ ਵਿੱਚ ਹੀ ਫਾਇਦਾ ਉਠਾਉਂਦਾ ਹੈ, ਲੋਕਾਂ ਦੀ ਇਸ ਲਿਮੀਟੇਸ਼ਨ ਕਹਿ ਲਓ ਜਾਂ ਕਮਜ਼ੋਰੀ ਕਹਿ ਲਓ। ਸੋ ਇਹ ਜਿਹੜਾ ਘੱਟ ਗਿਣਤੀਆਂ ਪ੍ਰਤੀ ਉਹ ਬਰੀਫ ਦੇ ਵਿੱਚ ਇਹ ਹੈ ਕਿ ਮੁੱਖ ਹਮਲਾ ਮੁਸਲਮਾਨਾਂ ਤੇ ਜਿਹੜਾ ਸਿੱਖਾਂ ਦੇ ਵਿੱਚੋਂ ਸਿਰਫ ਇੱਕ ਤੱਤ ਨੂੰ ਨਿਖੇੜ ਕੇ ਜਿਹੜਾ ਉਹਨਾਂ ਵਾਸਤੇ ਸਮੱਸਿਆ ਬਣਦਾ ਹੈ ਅਸਿਮੀਲੇਸ਼ਨ ਦੇ ਪ੍ਰੋਜੈਕਟ ਦੀ, ਦੇਸ਼ ਲਈ ਨਹੀਂ ਅਜੇ ਕੋਈ ਏਡੀ 80s ਦੇ ਵਿੱਚ ਤਾਂ ਕਹਿ ਸਕਦੇ ਹਾਂ, 90s ਦੇ ਵਿੱਚ ਹੁਣ ਸਭ ਨੂੰ ਪਤਾ ਹੈ, ਨਾ ਕੋਈ ਹਥਿਆਰ ਚਲਾ ਰਿਹਾ, ਨਾ ਕੋਈ ਹਿੰਸਕ ਕਾਰਵਾਈਆਂ ਕਰ ਰਿਹਾ, ਕੋਈ ਜਿਹਨੂੰ ਪ੍ਰਵਾਨਗੀ ਹੋਵੇ ਵੱਡੇ ਹਿੱਸੇ 'ਚ ਸਿੱਖਾਂ ਦੇ 'ਚ ਅਜਿਹਾ ਕੁਛ ਵੀ ਨਹੀਂ ਵਾਪਰ ਰਿਹਾ। ਤੇ ਕਿਸੇ ਵੀ ਧਿਰ ਦਾ ਜਿਹੜੀ ਥੋੜ੍ਹੀ ਜਿਹੀ ਸੋਚਵਾਨ ਤੇ ਰਿਸਪੌਂਸੀਬਲ ਹੈ, ਇਹ ਕਿਤੇ ਏਜੰਡੇ ਤੇ ਵੀ ਨਹੀਂ, ਸਾਰੇ ਸਿੱਖ ਚੁੱਕੇ ਨੇ, ਦੇਖ ਚੁੱਕੇ ਨੇ, ਸਿਆਣੇ ਹੋ ਚੁੱਕੇ ਨੇ, ਸਮਝਦਾਰ ਬਣੇ ਹੋਏ ਨੇ। ਉਹਨਾਂ ਨੂੰ ਪਤਾ ਹੈ ਕਿ ਅਸੀਂ ਉਸ ਤਰ੍ਹਾਂ ਲੜਾਈ ਨਹੀਂ ਲੜਨੀ, ਅਸੀਂ ਲੜਾਈ ਹੁਣ ਵਿਚਾਰਾਂ ਦੀ ਪੱਧਰ ਤੇ ਉਸੇ ਤਰ੍ਹਾਂ ਲੜਨੀ ਹੈ। ਪਰ ਇਹਦੇ ਬਾਵਜੂਦ ਉਹਨਾਂ ਵਾਸਤੇ ਵਿਚਾਰ ਹਥਿਆਰਾਂ ਨਾਲੋਂ ਵੀ ਵੱਧ ਖਤਰਨਾਕ ਹੈ। ਸੋ ਉਹ ਵਿਚਾਰਾਂ ਤੇ ਹਥਿਆਰਾਂ 'ਚ ਇੱਕ ਜਿਹੜੀ ਵਿੱਥ ਹੈ, ਨਖੇੜਾ ਹੈ, ਉਹ ਕਰਨ ਦੀ ਕਪੈਸਿਟੀ ਲੋਕਾਂ ਦੀ ਜਿਹੜੀ ਆ ਉਹ ਨਕਾਰਾ ਕਰਨੀ ਚਾਹੁੰਦੇ ਨੇ ਵੀ ਲੋਕ ਵਿਚਾਰਾਂ ਨੂੰ ਹਥਿਆਰ ਸਮਝਣ ਲੱਗ ਜਾਣ। ਅਸਿਮੀਲੇਸ਼ਨ ਤੋਂ ਜਵਾਬ ਦੇਣ ਵਾਲੀ ਧਿਰ ਨੂੰ ਉਹ ਵੱਖਵਾਦੀ ਕਹਿ ਦੇਣ ਤੇ ਫਿਰ ਇਹਨਾਂ ਤੇ ਹਮਲਾ ਕਰਨਾ ਬੜਾ ਸੌਖਾ। ਇਹ ਪਾਲਿਸੀ ਬੜੀ ਸੂਖਮਤਾ ਦੀ ਪੱਧਰ ਤੇ ਉਹਨਾਂ ਨੇ ਤਿਆਰ ਕੀਤੀ ਗਈ ਹੈ ਤੇ ਬੜੀ ਕਾਰਗਰ ਹੋ ਰਹੀ ਹੈ, ਜਿੰਨਾ ਕਿ ਅਸੀਂ ਦੇਖ ਰਹੇ ਹਾਂ ਸਿੱਖ ਸਮਾਜ ਦੇ ਅੰਦਰ ਵੀ। ਚਲ ਬਾਹਰ ਤਾਂ ਹੋਣੀ ਹੈ। ਸੋ ਇਹ ਤਾਂ ਹੋ ਗਿਆ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਵੀ ਉਹਨਾਂ ਦਾ ਜਿਹੜਾ ਮੁੱਖ ਅਟੈਕ ਹੈ ਉਹ ਇਹ ਹੈ। ਦੂਜੇ ਜਿਹੜੇ ਮੁੱਖ ਦੁਸ਼ਮਣ ਉਹਨਾਂ ਨੇ ਟਿੱਕੇ 2014 'ਚ ਤੇ ਜਿਹਦਾ ਅੱਜ ਤੱਕ ਉਹ ਅਮਲ ਵੀ ਸਾਹਮਣੇ ਆਇਆ ਉਹ ਹੈਗੇ ਕਮਿਊਨਿਸਟ ਤੇ ਸੈਕੂਲਰਿਸਟ। ਵੀ ਉਹਨਾਂ ਦੇ ਖਿਲਾਫ ਇੱਕ ਧੂਆਂਧਾਰ ਬਿਆਨਬਾਜ਼ੀ ਕਰੋ ਤੇ ਉਹਨਾਂ ਨੂੰ ਜਿਹੜੇ ਵੀ ਉਹਨਾਂ ਦੇ ਵਿੱਚੋਂ ਸਰਗਰਮ ਤੱਤ ਹਨ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਸੁੱਟ ਦਿਓ। ਜਿਹਨੂੰ ਉਹ ਫਿਰ ਅਰਬਨ ਨਕਸਲ, ਉਹਨਾਂ ਨੂੰ ਪਤਾ ਹੈ ਵੀ ਉਹ ਹਥਿਆਰ ਵਾਲੇ ਨਹੀਂ, ਨਾ ਉਹਨਾਂ ਨੇ ਹਥਿਆਰ ਚੁੱਕੇ ਨੇ, ਉਹ ਬੰਦੇ ਉਹਨਾਂ ਕੋਲ ਦਿਮਾਗ ਹੀ ਹਥਿਆਰ ਹੈ, ਉਹਨਾਂ ਕੋਲ ਆਈਡੀਆ ਹੈ ਇੱਕ, ਉਹ ਆਈਡੀਆ ਇਹਨਾਂ ਨੂੰ ਵੱਧ ਖਤਰਨਾਕ ਲੱਗਦਾ। ਇਸ ਕਰਕੇ ਉਹਦੀ ਇੱਕ ਨਵੀਂ ਟਰਮ ਕੱਢ ਲਈ ਅਰਬਨ ਨਕਸਲ। ਉਹ ਇਹ ਬੀਜੇਪੀ ਨੇ ਨਹੀਂ ਘੜੀ, ਇਹ ਕਾਂਗਰਸ ਨੇ ਘੜੀ ਹੈ ਤੇ ਸਾਰੀ ਯੋਜਨਾ ਉਹਨਾਂ ਤੇ ਅਟੈਕ ਕਰਨ ਦੀ ਕਾਂਗਰਸ ਦੀ ਤਿਆਰ ਕੀਤੀ ਸੀ। ਮੋਦੀ ਇਹ ਬੜੀ ਠੀਕ ਗੱਲ ਕਹਿ ਰਿਹਾ ਹੈ
ਕਿ ਅਸੀਂ ਜੋ ਕਰ ਰਹੇ ਹਾਂ, ਅਸੀਂ ਕਾਂਗਰਸ ਦੀ ਪਾਲਿਸੀ ਲਾਗੂ ਕਰ ਰਹੇ ਹਾਂ। ਫਰਕ ਇੰਨਾ ਕਿ ਉਹ ਪਾਲਿਸੀ ਉਹਨਾਂ ਨੇ ਬਣਾ ਲਈ ਸੀ, ਲਾਗੂ ਕਰਨ ਦੀ ਜ਼ਰੂਰਤ ਨਹੀਂ ਸੀ। ਸਾਡੇ ਕੋਲ ਦੋਵੇਂ ਚੀਜ਼ਾਂ ਹੈ, ਸਾਡੇ ਕੋਲ ਜ਼ਰੂਰਤ ਵਾਧੂ ਹੈ। ਸੋ ਇਹਨੂੰ ਇਸ ਤਰ੍ਹਾਂ ਦੇਖਣਾ ਚਾਹੀਦਾ ਕਿ ਉਹ ਦੂਜਾ ਜਿਹੜਾ ਉਹਨਾਂ ਦਾ 2 ਨੰਬਰ 'ਤੇ ਦੁਸ਼ਮਣ ਹੈ ਮੁਸਲਮਾਨਾਂ ਤੋਂ ਬਾਅਦ, ਉਹ ਲੈਫਟ ਹੈ। JNU 'ਚ ਜੋ ਕੁਝ ਹੋਇਆ ਉਹ ਉਹਦੀ ਬਹੁਤ ਹੀ ਜ਼ਾਹਰਾ ਤੇ ਪ੍ਰਤੱਖ ਉਦਾਹਰਨ ਹੈ। ਸੋ ਦੂਜਾ ਉਹਨਾਂ ਨੇ ਕਿੰਨੇ ਬਜ਼ੁਰਗ ਬੰਦੇ ਜਿਨ੍ਹਾਂ ਨੇ ਕਦੇ ਵੀ ਜ਼ਿੰਦਗੀ 'ਚ ਨਾ ਹਥਿਆਰ ਚੁੱਕਣੇ, ਨਾ ਉਹ ਚੁੱਕਣ ਜੋਗੇ, ਨਾ ਉਹਨਾਂ ਦੀ ਕਿਸੇ ਯੋਜਨਾ ਵਿੱਚ ਹੀ ਹੈ, ਉਹ ਬੰਦੇ ਫੜ ਕੇ ਜਿਸ ਬੇਰਹਿਮੀ ਨਾਲ ਜਿਵੇਂ ਅਦਾਲਤਾਂ ਦਾ ਰਵੱਈਆ ਸਾਹਮਣੇ ਆਇਆ ਹੈ, ਉਸ ਤੋਂ ਇਹ ਹੁੰਦਾ ਵੀ ਉਹਨਾਂ ਦੇ ਜਿਹੜੇ ਲੈਫਟ ਪ੍ਰਤੀ ਜਿਹੜੀ ਪਹਿਲੀ ਪਾਲਿਸੀ ਚੱਲੀ ਕਾਂਗਰਸ ਵੇਲੇ ਕਿ ਸੈਕੂਲਰਿਸਟ ਜਿਹੜੇ ਨੇ ਤੇ ਲੈਫਟਿਸਟ ਹੈ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਦਿਓ, ਤੇ ਉਹਨਾਂ ਵਿੱਚੋਂ ਜਿਹੜਾ ਸਿਰਫ ਦੂਜਾ ਇੱਕ ਸੈਕਸ਼ਨ ਹੈ ਜਿਹਨੂੰ ਉਹ ਰੈਡੀਕਲ ਕਹਿੰਦੇ ਨੇ, ਉਹਦੇ ਤੇ ਬਸ ਹਮਲਾ ਕਰੋ ਜਿਹੜੇ ਹਥਿਆਰਬੰਦ ਲੜਾਈ ਲੜ ਰਹੇ ਨੇ। ਸੋ ਉਹਨਾਂ ਪ੍ਰਤੀ ਕਾਂਗਰਸ ਦੀ ਪਾਲਿਸੀ ਤਾਂ ਇਹ ਸੀ ਕਿ ਉਹਨੂੰ ਨੈਰੋ ਕਰੋ ਅਟੈਕ ਨੂੰ। BJP ਦੀ ਸੀ ਵੀ ਨਹੀਂ, ਇਹਨੂੰ ਨੈਰੋ ਨਹੀਂ ਬੜਾ ਕਰਨਾ ਆਉਂਦਾ। ਇਹ ਸੋਚਦੇ ਤਾਂ ਇਹ ਨੈਰੋ ਦੀ, ਸਿੱਖਾਂ ਦੇ ਮਾਮਲੇ 'ਚ ਵੀ ਐਂ ਹੁੰਦਾ ਹੈ, ਉਹ ਪਤਾ ਹੀ ਨਹੀਂ ਕਦੋਂ ਉਹ ਨੈਰੋ ਤੋਂ ਬਰੋਡਰ ਹੋ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਨੇ ਲੈਫਟ ਪ੍ਰਤੀ ਹੁਣ ਇਹ ਸੀ ਕਿ ਉਹਨਾਂ ਨੂੰ ਅਸੀਂ ਐਲੀਮੀਨੇਟ ਕਰਨਾ ਹੈ, ਖ਼ਤਮ ਕਰਨਾ ਹੈ, ਟੈਰਰਾਈਜ਼ ਕਰਨਾ ਹੈ। ਇਹ 2 ਐਲੀਮੈਂਟ ਜਿਹੜੇ ਨੇ, ਤੇ ਬਾਕੀ ਸਮਾਜ 'ਚ ਜੋ ਵੀ ਡਾਈਸੈਂਟ ਹੈ ਉਹਦੇ ਮਨ 'ਚ ਖੌਫ ਪੈਦਾ ਕਰਨਾ, ਇਹ ਉਹਨਾਂ ਦੇ ਮੇਨ ਐਲੀਮੈਂਟ ਸੀ। ਹੁਣ ਹੋਇਆ ਕੀ, ਇਹ ਕਰਦੇ 17 ਤੋਂ ਬਾਅਦ 18, 19, 20 'ਚ ਆ ਕੇ, 20 ਦੇ ਵੀ ਅਖੀਰ ਜੇ 'ਚ ਆ ਕੇ, ਖਾਸ ਕਰਕੇ ਜਦੋਂ ਕਿਸਾਨ ਅੰਦੋਲਨ ਨੇ ਇੱਕ ਬਹੁਤ ਵੱਡਾ ਵੇਗ ਅਖਤਿਆਰ ਕਰ ਲਿਆ, ਉਹਦੇ ਚੱਲਦਿਆਂ ਇੱਕ ਏਡੀ ਇਹਨਾਂ ਨੇ ਫੁਰਤੀ ਨਾਲ, ਜਿਵੇਂ ਅਸੀਂ ਵੀ ਦੰਗ ਰਹਿ ਗਏ ਜਿਹੜੇ ਆਪਦੇ ਆਪ ਨੂੰ ਬਹੁਤ ਸਮਰੱਥ ਸਮਝਦੇ ਸੀ, ਇੰਨੀ ਫੁਰਤੀ ਨਾਲ ਰੀਐਡਜਸਟਮੈਂਟ ਕੀਤੀ ਉਹਦੇ 'ਚ ਕਿ ਲੈਫਟ ਨੂੰ ਇੱਕੋ ਦਿਨ 'ਚ ਹੀ ਆਪਦੇ ਹਮਲੇ 'ਤੇ ਜਾਂ ਦੁਸ਼ਮਣਾਂ 'ਚੋਂ ਪਾਸੇ ਕੱਢਤਾ। ਇਹਦੀ ਬਜਾਏ ਉਹਨਾਂ ਨੂੰ ਆਪਦੇ ਅਲਾਈ ਕਿ ਉਹਨਾਂ ਨੂੰ ਆਪਦੇ ਨਾਲ ਜੋੜਿਆ ਜਾਵੇ, ਉਹਨਾਂ ਦੀ ਮਦਦ ਨਾਲ, ਜਿਵੇਂ ਪਹਿਲਾਂ ਕੀਤਾ ਸੀ ਖਾੜਕੂ ਲਹਿਰ ਦੌਰਾਨ ਪੰਜਾਬ ਦੇ ਵਿੱਚ, ਜਿਹੜਾ ਰੈਡੀਕਲ ਜਿਹਨੂੰ ਸਿੱਖ ਕਹਿੰਦੇ ਨੇ, ਜਿਹੜਾ ਅਸਿਮੀਲੇਸ਼ਨ ਦਾ ਵਿਰੋਧ ਕਰਦਾ, ਉਹਨਾਂ 'ਚ ਕੋਈ ਵੀ ਨਾ ਕੋਈ ਹਥਿਆਰਬੰਦ ਕਾਰਵਾਈ ਕਰ ਰਿਹਾ, ਨਾ ਕੋਈ ਕਿਸੇ ਦੇ ਏਜੰਡੇ 'ਤੇ ਹੈ, ਤੇ ਨਾ ਕਿਸੇ ਕੋਲੇ ਕੋਈ ਹਥਿਆਰ ਹੈ। ਸੋ ਉਹ ਫਿਰ ਉਹਨਾਂ ਨੂੰ ਵੀ ਇਹਨਾਂ ਨੂੰ ਉਸ ਦੇ ਵਿੱਚ ਆਪਦੇ ਭਾਈਵਾਲ ਬਣਾ ਕੇ ਇਹ ਇੱਕ ਹਮਲਾ ਕੀਤਾ ਜਾਵੇ, ਇਹਨਾਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਇਹ ਚੱਲਦੇ ਅੰਦੋਲਨ ਦੌਰਾਨ ਹੋਇਆ ਜਾ ਕੇ, ਉਹ ਵੀ ਜਦੋਂ ਜਾ ਕੇ ਦਿੱਲੀ ਬਹਿ ਗਈ, ਤੇ ਉਦੋਂ ਵੀ ਇੱਕਦਮ ਨਹੀਂ ਹੋਇਆ। ਜਦੋਂ 10 ਦਸੰਬਰ ਨੂੰ ਟਿੱਕਰੀ ਬਾਰਡਰ 'ਤੇ ਹਿਊਮਨ ਰਾਈਟਸ ਡੇ 'ਤੇ ਇਹਨਾਂ ਨੇ ਇਸ਼ਤਿਹਾਰ ਲਾਏ ਕੁਝ ਲੈਫਟ ਨੇ ਕਿ ਜਿਹੜੇ ਆਂਧਰਾ ਦੇ ਬੰਦੇ ਜਾਂ ਮਹਾਰਾਸ਼ਟਰ ਦੇ ਬੰਦੇ ਜਾਂ ਜਿਹੜੇ ਹੋਰ ਉਸ ਬੰਦੇ ਫੜੇ ਨੇ, ਉਹ ਪੂਨੇ ਜਿਹੜੇ ਕੇਸ 'ਚ ਉਲਝਾਏ ਆ, ਜੇਲ੍ਹਾਂ 'ਚ ਰੱਖੇ ਹੋਏ ਨੇ, ਹੈ ਉਹ ਮੇਨਲੀ ਬੁੱਧੀਜੀਵੀ, ਬੜੇ ਨਾਮਵਰ ਹੈਗੇ ਆ, ਵੱਡੀ ਉਮਰ ਦੇ ਆ, ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਸੀ। ਉਦੋਂ ਇਹਨਾਂ ਨੇ ਇੱਕ ਅਟੈਂਪਟ ਕੀਤੀ ਸੀ ਕਿ ਇਹਦੇ ਖਿਲਾਫ ਨਫ਼ਰਤ ਭੜਕਾਈ ਜਾਵੇ ਤੇ ਫਿਰ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ। ਉਦੋਂ ਅਜੇ ਖਾਲਿਸਤਾਨੀਆਂ ਨੂੰ ਪਾਸੇ ਰੱਖ ਲਿਆ ਸੀ, ਪਰ ਉਹ ਉਹਦੇ 'ਚ ਕਾਮਯਾਬ ਨਹੀਂ ਹੋਏ। ਇਸ ਕਰਕੇ ਨਹੀਂ ਕਿ ਉਹਨਾਂ ਦਾ ਕੋਈ ਬਹੁਤ ਵੱਡਾ ਸਮਾਜ 'ਚ ਆਧਾਰ ਹੈ, ਉਹਦੀ ਮੁੱਖ ਵਜ੍ਹਾ ਇਹ ਸੀ ਕਿ ਜੋ ਉਹ ਸਿੱਖਾਂ ਵੱਲੋਂ ਹਮਾਇਤ ਦੀ ਉਮੀਦ ਕਰਦੇ ਸੀ, ਸਿੱਖਾਂ ਨੇ ਉਹ ਹਮਾਇਤ ਨਹੀਂ ਕੀਤੀ ਉਹਨਾਂ ਦੇ ਉਸ ਏਜੰਡੇ ਦੀ। ਉਹਦੇ 2 ਕਾਰਨ ਹੈ। ਇੱਕ ਤਾਂ ਸਿੱਖਾਂ 'ਚ ਜੋ ਸਰਬੱਤ ਦੇ ਭਲੇ ਦਾ ਹੈ ਕਿ ਏਕ ਦ੍ਰਿਸ਼ਟ ਕਰ ਸੰਸਰ ਜਾਨਾ ਹੈ, ਜਾਂ ਨਾ ਕੋ ਬੈਰੀ ਨਹੀਂ ਬਗਾਨਾ, ਜੋ ਜਿਹਦੀ ਪ੍ਰਤੱਖ ਉਦਾਹਰਨ ਭਾਈ ਕਨ੍ਹਈਆ ਇਤਿਹਾਸ 'ਚ, ਕਿ ਅਸੀਂ ਇਹਨੂੰ ਇਸ ਤਰ੍ਹਾਂ ਨਹੀਂ ਦੇਖਦੇ ਕੌਣ ਲੈਫਟ ਕੌਣ ਨੌਨ ਲੈਫਟ, ਕੌਣ ਕਿਹੜਾ ਧਰਮ ਕਿਹੜੀ ਜਾਤ। ਤੇ ਇਸ ਕਰਕੇ ਇਹਨਾਂ ਨੇ, ਸਿੱਖਾਂ ਨੇ ਬਿਲਕੁਲ ਹੀ ਕੋਈ ਹੁੰਗਾਰਾ ਨਹੀਂ ਭਰਿਆ ਵੀ ਉਹ ਤੁਰ ਪੈਂਦੇ ਪ੍ਰਾਪੇ ਗੰਡਾ ਕਰਨ। ਜੇ ਸਿੱਖਾਂ ਨੇ ਕਿਤੇ ਉਹ ਇਸ਼ਤਿਹਾਰ ਲਾਏ ਹੁੰਦੇ ਉਦਣ ਆਪਦੇ ਸਿੱਖ ਬੰਦੀਆਂ ਦੀ ਰਿਹਾਈ ਦੇ, ਫਿਰ ਤੁਸੀਂ ਲੈਫਟ ਨੂੰ ਦੇਖਦੇ। ਹੁਣ ਇਹ ਨਖੇੜਾ ਸਮਝਣਾ ਬਹੁਤ ਜ਼ਰੂਰੀ ਹੈ। ਲੈਫਟ ਕੋਲੇ ਕੀ ਲੈਕਿੰਗ ਹੈ? ਉਹਨਾਂ ਕੋਲੇ ਉਹ ਬਰੋਡਰ ਵਿਜ਼ਨ ਜਿਹੜਾ ਗੁਰੂਆਂ ਵਾਲਾ, ਸਰਬੱਤ ਦੇ ਭਲੇ ਵਾਲਾ, ਉਹ ਨਹੀਂ। ਇਹਦੀ ਬਜਾਏ ਕੀ ਹੈ? ਇੱਕ ਸੰਕੀਰਨ ਵਿਚਾਰਧਾਰਾ ਹੈ ਜਿਹਦਾ ਉਹਨਾਂ ਨੂੰ ਭਰਮ ਇਹ ਹੈ ਕਿ ਇਹ ਮਨੁੱਖਤਾ ਦੇ ਭਲੇ ਦੀ ਹੈ।
ਉਹ ਵਿਚਾਰਧਾਰਾ ਬੜੀ ਪੱਖਪਾਤੀ ਹੈ, ਬੜੀ ਨੈਰੋ ਹੈ। ਉਹ ਸਾਰੇ ਸਮਾਜ ਦਾ ਕਲਿਆਣ ਜਿੱਥੇ ਵੀ ਤਾਕਤ ਚਾਹੇ ਕਮਿਊਨਿਸਟ, ਉੱਥੋਂ ਬੜਾ ਪ੍ਰਤੱਖ ਹੋਇਆ ਵੀ ਉਹ ਕੀ ਹੋਇਆ ਲੋਕਾਂ ਦੇ ਨਾਲ। ਸੋ ਉਸ ਦੇ ਵਿੱਚ ਇਹ ਐਲੀਮੈਂਟ ਪਿਆ ਹੀ ਪਿਆ ਹੈ। ਉਹ ਆਪਦੇ ਫੌਰੀ ਜਿਹੜੇ ਮੌਕੇ ਦੇ ਰਾਜਸੀ ਮਨੋਰਥਨ ਜਾਂ ਸਰੋਕਾਰ ਨੇ, ਬਸ ਉਹਨਾਂ ਨੂੰ ਉਹ ਦੀਂਦੇ ਨੰਨੇ ਹੋਇਆਂ ਨੂੰ। ਅਤੇ ਪੰਜਾਬ 'ਚ ਇਹਦਾ ਇੱਕ ਵੱਖਰਾ ਕਾਰਨ ਹੈ, ਬਹੁਤ ਹੀ ਵੱਖਰਾ। ਇਹ ਜਿਹੜੀ ਪੰਜਾਬ ਦੇ ਕਮਿਊਨਿਸਟ ਨੇ, ਇਹ ਇੱਕ ਡਿਫਰੈਂਟ ਸਪੀਸੀ ਹੈ ਬਾਕੀ ਹਿੰਦੁਸਤਾਨ ਦੇ ਕਮਿਊਨਿਸਟਾਂ ਨਾਲੋਂ। ਇਹ ਪ੍ਰਜਾਤੀ ਵੱਖਰੀ ਹੈ, ਕਿਉਂਕਿ ਜਦੋਂ 84 ਦੇ ਵਿੱਚ ਵੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਉਸ ਵੇਲੇ ਇਹਨਾਂ ਨੇ ਜੋ ਹਮਾਇਤ ਕੀਤੀ ਉਸ ਹਮਲੇ ਦੀ, ਮੈਂ ਇਮੀਡੀਏਟ ਹਮਲੇ ਤੋਂ ਬਾਅਦ ਮੈਂ ਸਾਊਥ 'ਚ ਗਿਆ। ਉੱਥੋਂ ਦੇ ਬੰਦੇ ਯਕੀਨ ਕਰਨ ਨੂੰ ਤਿਆਰ ਸੀ ਵੀ ਨਹੀਂ, ਇਹ ਨਹੀਂ ਹੋ ਸਕਦਾ, ਇਹ ਝੂਠ ਹੈ, ਕਮਿਊਨਿਸਟ ਐਂ ਕਿਵੇਂ ਕਰ ਸਕਦਾ, ਕਮਿਊਨਿਸਟ ਤਾਂ ਸਟੇਟ ਦਾ ਦੁਸ਼ਮਣ ਹੈ, ਕਮਿਊਨਿਸਟ ਸਟੇਟ ਪ੍ਰਤੀ ਕੋਈ ਰਿਆਇਤ ਦਿਲੀ ਜਾਂ ਸਮਝੌਤਾ ਕਰ ਸਕਦਾ ਜਾਂ ਉਹਦੇ ਕਿਸੇ ਜ਼ੁਲਮ ਦੀ ਸਪੋਰਟ ਕਰ ਸਕਦਾ ਹੈ। ਉਹਨਾਂ ਦੇ ਗੱਲ ਮੰਨਣ 'ਚ ਨਹੀਂ ਸੀ ਆਉਂਦੇ, ਉਹਨਾਂ ਨੂੰ ਪਤਾ ਨਹੀਂ ਸੀ। ਉਹਦਾ ਕਾਰਨ ਬੜਾ ਸਪਸ਼ਟ ਹੋ ਗਿਆ ਕਿ ਪੰਜਾਬ ਦੇ ਇੱਕ ਨਾਮਵਰ ਬੁੱਧੀਜੀਵੀ ਨੇ ਇਹ ਗੱਲ ਸਿੱਧੀ ਲਿਖੀ ਕਿ ਜੇ ਮਾਰਕਸੀ ਚਿੰਤਨ ਦੀਆਂ ਪੰਜਾਬ ਦੀ ਧਰਤੀ 'ਤੇ ਜੜ੍ਹਾਂ ਲਾਉਣੀਆਂ ਤਾਂ ਉਹਦੇ ਵਾਸਤੇ ਗੁਰਮਤਿ ਚਿੰਤਨ ਦੀ ਜੜ ਉਖੇੜਨੀ ਇਹ ਪਹਿਲੀ ਲੋੜ ਹੈ। ਇਹ ਦੋਵੇਂ ਇਕੱਠੇ ਚੱਲ ਨਹੀਂ ਸਕਦੇ ਅਤੇ ਉਹ ਇੰਨੀ ਡੂੰਘੀ ਹੈ, ਉਹਨੂੰ ਪੁੱਟਣਾ ਬੜਾ ਔਖਾ ਹੈ। ਅਤੇ ਇਸ ਕਰਕੇ ਤੇ ਪੂਰਾ ਜ਼ੋਰ ਲਾ ਦਿਓ। ਇੱਕ ਸ਼ਰੀਕ ਦੇ ਤੌਰ 'ਤੇ ਸਿੱਖ ਧਰਮ ਨੂੰ ਦੇਖਣਾ, ਉਹਦੀਆਂ ਜਿਹੜੀਆਂ ਸਾਰੀਆਂ ਉਹ ਚੰਗਿਆਈਆਂ ਨੇ ਉਹਦੇ ਵਿੱਚੋਂ ਰੁੱਲ ਜਾਂਦੀਆਂ। ਬਸ ਇੱਕ ਆਪਦੀ ਮੌਕੇ ਦੀ ਸਿਆਸੀ ਸੰਕੀਰਨਤਾ 'ਚੋਂ, ਉਹਦੇ ਵਿੱਚੋਂ ਉਹਦੇ ਪ੍ਰਤੀ ਇੱਕ ਨਫ਼ਰਤ ਕਿਸੇ ਵੀ ਕਮਿਊਨਿਸਟ ਦੇ ਮਨ 'ਚ। ਇਹ ਵਰਤਾਰਾ ਵੀ ਪਹਿਲਾਂ ਨਹੀਂ ਸੀ ਪੰਜਾਬ ਦੇ ਕਮਿਊਨਿਸਟਾਂ ਦਾ, ਇਹ 70s ਤੋਂ ਬਾਅਦ ਹੋਇਆ। ਪਹਿਲੇ ਕਮਿਊਨਿਸਟ ਸਿੱਖ ਸੱਭਿਆਚਾਰ ਨਾਲ ਬਿਲਕੁਲ ਉਸ ਰੰਗ 'ਚ ਰੰਗੇ ਹੁੰਦੇ ਸੀ, ਉਹਨਾਂ ਦੇ ਦਾੜੀਆਂ ਹੁੰਦੀਆਂ ਸੀ, ਸਿੱਖੀ ਸਰੂਪ ਹੁੰਦਾ ਸੀ, ਤੀਬਨ ਅੰਮ੍ਰਿਤਧਾਰੀ ਵੀ ਹੁੰਦੇ ਸੀਗੇ। ਅਤੇ ਉਹਨਾਂ ਨੇ ਕਦੇ ਇਸ ਤਰ੍ਹਾਂ ਨਹੀਂ ਸੀ ਕੀਤਾ ਵੀ ਉਹਨਾਂ ਨੇ ਸਿੱਖੀ ਪ੍ਰਤੀ ਕੋਈ ਆਪਦੀ ਨਫ਼ਰਤ ਦਿਖਾਈ ਹੋਵੇ। ਇੱਥੇ ਫਿਰ ਇਹ ਨਫ਼ਰਤ ਪੈਦਾ ਹੋ ਗਈ ਆ, ਉਹਦੇ ਨਾਲ ਸਾਰੇ ਡੰਗੇ ਗਏ ਨੇ, ਉਹਦੇ ਨਾਲ ਲੇਖਕ ਵੀ, ਸਾਹਿਤਕਾਰ ਵੀ ਅਤੇ ਕੁਛ ਕਲਾਕਾਰ ਵੀ। ਸੋ ਇਸ ਕਰਕੇ ਇੱਥੇ ਇਹ ਇੱਕ ਫੈਕਟਰ ਆਇਆ ਕਿ ਸਿੱਖਾਂ ਨੇ ਤਾਂ ਉਹਨਾਂ ਦੇ BJP ਦੇ ਉਸ ਏਜੰਡੇ ਦੀ ਲੈਫਟ ਨੂੰ ਟਾਰਗੇਟ ਕਰਨ ਦੀ ਸਪੋਰਟ ਨਹੀਂ ਸੀ ਕੀਤੀ, ਕਿਉਂਕਿ ਉਹਨਾਂ ਦਾ ਧਰਮ ਇੱਕ ਡੈਟਰੈਂਟ ਬਣਦਾ ਹੈ ਵੀ ਨਹੀਂ, ਅਸੀਂ ਤਾਂ ਜੀਤੇ ਵੀ ਜ਼ੁਲਮ ਹੈ, ਅਸੀਂ ਤਾਂ ਮਜ਼ਲੂਮ ਦੇ ਨਾਲ ਹਾਂ, ਅਸੀਂ ਨਤਾਣਿਆਂ ਦੀ ਧਿਰ ਬਣਨਾ। ਉਹਦਾ ਕੋਈ ਦੇਸ਼ ਹੋਵੇ, ਕੋਈ ਉਹਦੀ ਜਾਤ ਹੋਵੇ, ਕੋਈ ਉਹਦਾ ਧਰਮ ਹੋਵੇ, ਅਤੇ ਕੋਈ ਵੀ ਵਿਚਾਰਧਾਰਾ ਹੋਵੇ। ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਇਹਨੂੰ ਆਪਾਂ ਇਹਦੇ ਬਾਰੇ ਇੱਕ ਟੈਕਨੀਕਲ ਟਰਮ ਜੋ ਵਰਤੀ ਜਾਂਦੀ ਹੈ ਦੁਨੀਆ ਦੇ ਵਿੱਚ, ਉਹ ਹੈ ਟਰੇਡ ਯੂਨੀਅਨ, ਜਿਹਦਾ ਮਤਲਬ ਵੀ ਕਿਸੇ ਵਰਗ ਦੇ ਆਰਥਿਕ ਹਿੱਤਾਂ ਨੂੰ ਜਾਂ ਉਸ ਵਰਗ ਦੇ ਹਿੱਤਾਂ ਨੂੰ ਆਮ ਸੁਸਾਇਟੀ ਦਾ ਬਹੁਤਾ ਕੰਸਰਨ ਨਹੀਂ ਹੁੰਦਾ। ਸੋ ਉਹ ਸਾਰੇ ਵਰਗਾਂ ਦੀਆਂ ਹੁੰਦੀਆਂ, ਉਹ ਅਧਿਆਪਕਾਂ ਦੀਆਂ ਜਾਂ ਮੁਲਾਜ਼ਮਾਂ ਦੀਆਂ। ਸੋ ਉਹਨਾਂ ਦਾ ਫਿਰ ਇੱਕ ਜਿਹੜਾ ਵਿਜ਼ਨ ਹੈ ਨਾ, ਜਿਹੜੀ ਦ੍ਰਿਸ਼ਟੀ ਹੈ, ਉਹ ਬਹੁਤੀ ਤੰਗ ਜਿਹੀ ਬਣ ਜਾਂਦੀ ਹੈ, ਉੱਥੋਂ ਤੱਕ ਹੀ ਸੀਮਤ ਹੁੰਦੀ ਹੈ। ਇੱਕ ਤਾਂ ਇਹ ਪ੍ਰੋਬਲਮ ਆਉਂਦੀ ਹੈ, ਉਹ ਕਿਸੇ ਵੀ ਗੱਲ ਨੂੰ ਇੱਕ ਬਰੋਡਰ ਦ੍ਰਿਸ਼ਟੀ 'ਚ ਨਹੀਂ ਦੇਖ ਸਕਦੇ। ਅਤੇ ਦੂਜੀ ਗੱਲ ਇਹ ਬਣਦੀ ਹੈ ਕਿ ਉਹਨਾਂ ਦੇ ਵੈਸਟਡ ਇੰਟਰਸਟ ਬਣ ਜਾਂਦੇ ਹੈ। ਕਿਸ ਰੂਪ ਦੇ ਵਿੱਚ? ਜਿਹੜਾ ਅਹੁਦੇ ਦਾ ਸਵਾਦ ਹੈ ਨਾ, ਕੋਈ ਪ੍ਰਧਾਨ ਜੀ ਬਣ ਗਿਆ, ਇੱਕ ਉਹਦਾ ਵੀ ਆਧਾਰ ਕਿੰਨਾ, ਉਹਦੀ ਫਾਲੋਇੰਗ ਕਿੰਨੀ ਹੈ, ਉਹ ਦੋਵੇਂ ਚੀਜ਼ਾਂ ਨੂੰ ਉਹ ਬਚਾ ਕੇ ਰੱਖਣਾ ਚਾਹੁੰਦਾ ਹੈ। ਉਹ ਆਪਦੀ ਫਾਲੋਇੰਗ ਨੂੰ ਅਤੇ ਆਪਦੇ ਅਹੁਦੇ ਨੂੰ, ਜਿਹਦੇ 'ਚ ਉਹਨਾਂ ਦਾ ਆਪਸੀ ਸ਼ਰੀਕਾ ਵੀ ਲਗਾਤਾਰ ਹੁੰਦਾ ਹੈ ਕਿ ਇੱਕ ਦੂਜੇ ਦੀ ਕੋਸਟ 'ਤੇ ਆਪਦੀ ਤਾਕਤ ਵਧਾਈ ਜਾਵੇ। ਸੋ ਇਹ ਉਹਨਾਂ 'ਚ ਇਹ ਗੁੰਨਿਆ ਪਿਆ ਹੁੰਦਾ ਜਿਹੜਾ ਇਸ ਕਿਸਮ ਦੀ ਤੰਗ ਨਜ਼ਰੀ ਅਤੇ ਸ਼ਰੀਕਾ। ਸੋ ਜਦੋਂ ਉਹਨਾਂ ਨੂੰ ਕੋਈ ਸ਼ਰੀਕ ਉੱਭਰਦਾ ਲੱਗਦਾ ਵੀ ਜਿਹੜੀ ਲੀਡਰਸ਼ਿਪ ਹੈ ਉਹ ਸਾਡੀ ਕਿਤੇ ਉਹ ਨਾ ਲੈ ਜੇ, ਉਹਨਾਂ ਨੂੰ ਉਹ ਖਾਤਰੇ ਮੂੰਹ ਦਿਖਦੀ ਹੈ, ਉਹ ਫਿਰ ਇੱਕ ਜਿਹੜਾ ਸਪੌਂਟੇਨਸ ਉਹ ਉਹਨਾਂ ਦਾ ਪ੍ਰਤੀਕਰਮ ਹੁੰਦਾ ਕਿ ਨਹੀਂ, ਫਿਰ ਉਹਦੇ ਖਿਲਾਫ ਮਤਲਬ ਉਹਨੂੰ ਕਿਵੇਂ ਉਹਨੂੰ ਰੋਕਿਆ ਜਾ ਸਕਦਾ। ਉਹ ਫਿਰ ਉਹਨਾਂ ਦੀ ਟ੍ਰੇਨਿੰਗ ਬਹੁਤ ਹੁੰਦੀ ਹੈ। ਸਾਰਾ ਟ੍ਰੇਡ ਯੂਨੀਅਨ ਕੰਮ ਹੀ ਇਹ ਹੁੰਦਾ, ਸਟੇਜਾਂ 'ਤੇ ਲੱਛੇਦਾਰ ਗੱਲਾਂ, ਸ਼ਬਦ ਵਰਤਨੇ ਵੀ ਇਹ ਕੌਣ, ਵੀ ਇੱਕ ਨਫ਼ਰਤ ਭੜਕਾ ਦਿਓ ਵੀ ਬੜਾ ਖਤਰਾ ਹੈ ਇਹਨਾਂ ਤੋਂ, ਇਹਨੂੰ ਪਾਸੇ ਰੱਖੋ ਜੀ ਸੰਘਰਸ਼ ਤੋਂ, ਇਹਨਾਂ ਨੂੰ ਕੋਈ ਸਪੇਸ ਨਾ ਦਿਓ, ਇਸ ਕੰਮ ਖਰਾਬ ਕਰਨ ਆਏ। ਸੋ ਇਹ ਨੈਰੇਟਿਵ ਰਚਣ ਦੀ ਸਮਰੱਥਾ ਉਹਨਾਂ ਦੀ ਅਥਾਹ ਹੁੰਦੀ ਹੈ। ਸੋ ਇਹ ਇੱਕ ਵਾਪਰਿਆ ਕਿ ਜਿਹੜਾ ਨੌਨ ਲੈਫਟ ਸਿੱਖ ਸੀਗਾ ਜਾਂ ਕਿਸਾਨ ਸੀ ਜਾਂ ਜੂਨੀਅਰ ਦੇ ਆਗੂ ਸੀ, ਉਹਨਾਂ ਦੀ ਤਾਂ ਕੋਈ ਦ੍ਰਿਸ਼ਟੀ ਕੋਈ ਨਹੀਂ ਸੀ। ਲੈਫਟ ਦੀ ਇੱਕ ਦ੍ਰਿਸ਼ਟੀ ਸੀ, ਉਹਨਾਂ ਨੂੰ ਪਤਾ ਸੀ ਸਾਡੇ ਰਾਜਸੀ ਹਿੱਤਾਂ, ਅਸੀਂ ਆਪਣੀ ਪੋਲੀਟਿਕਸ ਨੂੰ ਐਡਵਾਂਸ ਕਰ ਰਹੇ ਹਾਂ। ਇਹਨਾਂ ਦੀ ਕੋਈ ਦ੍ਰਿਸ਼ਟੀ ਕੋਈ ਨਹੀਂ, ਜਜ਼ਬਾ ਹੈ, ਇਮਾਨਦਾਰੀ ਹੈ, ਸਾਦਗੀ ਹੈ, ਕੰਮ ਕਰਦੇ ਨੇ, ਮਿਹਨਤੀ ਨੇ,
ਪਰ ਜਿਵੇਂ ਕਿਸੇ ਪ੍ਰਸਿੱਧ ਵਿਦਵਾਨ ਨੇ ਕਿਹਾ ਕਿ ਜੇ ਸਹੀ ਰਾਜਸੀ ਦ੍ਰਿਸ਼ਟੀਕੋਣ ਨਹੀਂ ਤਾਂ ਉਹ ਤਾਂ ਫਿਰ ਆਏ ਆ ਵੀ ਤੁਹਾਡੇ ਕੋਲੇ ਨੇਤਰ ਤਾਂ ਹੈਗੇ ਪਰ ਵਿੱਚ ਜੋਤ ਕੋਈ ਨਹੀਂ। ਸੋ ਇਹਨਾਂ ਦੀ ਹਾਲਤ ਉਹ ਬਣ ਗਈ ਵਿਚਾਰਿਆਂ ਦੀ। ਸੋ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ। ਉਹ ਕਦੋਂ ਮੈਂ ਇਹੋ ਜਿਹੇ ਬੰਦੇ ਨਾ ਜਿਹੜੇ ਹੁੰਦੇ ਨੇ ਭੋਲੇ, ਉਹ ਮੈਨੀਪੂਲੇਟ ਬਹੁਤ ਛੇਤੀ ਹੋ ਜਾਂਦੇ ਆ। ਸੋ ਦੇ ਆਰ ਮੈਨੀਪੂਲੇਟਡ। ਇਹਨਾਂ ਨੂੰ ਮੈਨੀਪੂਲੇਟ ਕਰ ਗਿਆ। ਇਹਦੇ 'ਚ ਸੂਤਰਧਾਰ ਦਾ ਰੋਲ ਨਿਭਾਇਆ ਜੋਗਿੰਦਰ ਯਾਦਵ ਨੇ। ਜੋ ਕੰਮ 80s ਦੇ ਵਿੱਚ ਹਰਕਿਸ਼ਨ ਸੁਰਜੀਤ ਕਰਦਾ ਸੀ, ਜੋਗਿੰਦਰ ਯਾਦਵ ਨੇ ਉਦੋਂ ਕਿਤੇ ਸਫਾਈ ਤੇ ਇਹ ਕਹਿ ਲਓ ਕਿ ਖਤਰਨਾਕ ਢੰਗ ਨਾਲ ਕੀਤਾ। ਉਹਦੇ 'ਚ ਸਲੀਨਤਾ ਇੰਨੀ ਹੈ, ਮਤਲਬ ਉਹ ਆਪਦੇ ਅਸਲੀ ਇੰਟੈਂਸ਼ਨ ਇਰਾਦੇ ਲੁਕੋ ਇੰਨੇ ਲੈਂਦਾ, ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਕੀ ਵਰਤ ਗਿਆ ਸਾਰਾ ਕੁਛ। ਸਾਡੇ ਹੀ ਕਿਸਾਨ, ਸਾਡੀਆਂ ਹੀ ਕਿਸਾਨ ਆਗੂ ਉਹ ਇੰਨੇ ਸਿੱਖ ਧਰਮ ਦੇ ਵੀ ਇੱਥੋਂ ਜੀ ਨਿਸ਼ਾਨ ਚੁੱਕ ਦਿਓ, ਇੱਥੇ ਕੋਈ ਸਿੱਖੀ ਦਾ ਚਿੰਨ੍ਹ ਨਹੀਂ ਦਿਸਣਾ ਚਾਹੀਦਾ, ਇੱਥੇ ਇਹ ਕਿਸੇ ਧਰਮ ਦੀ ਗੱਲ ਨਹੀਂ। ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਿੱਖ ਧਰਮ ਦੂਜੇ ਧਰਮਾਂ ਵਰਗਾ ਹੈ। ਕਿਸਾਨ ਨੂੰ ਤੁਸੀਂ ਧਰਮ ਤੋਂ ਅੱਡ ਕਿਵੇਂ ਕਰ ਲਓਗੇ? ਉਹਦੀ ਆਤਮਾ 'ਚੋਂ ਤੁਸੀਂ ਕਿਵੇਂ ਕਸ਼ੀਦ ਕਰ ਲਓਗੇ ਵੀ ਤੂੰ ਸਿਰਫ ਕਿਸਾਨ ਹੈ? ਉਹ ਤਾਂ ਕੋਈ ਇੱਦੋਂ ਬਿਨਾਂ ਤਾਂ ਕੋਈ ਹੋਂਦ ਹੀ ਕੋਈ ਨਹੀਂ। ਅਤੇ ਸਿੱਖ ਧਰਮ 'ਚ ਤਾਂ ਇੰਨੀ ਵਿਸ਼ਾਲਤਾ, ਮੈਗਨੈਨਿਮਿਟੀ ਹੈ, ਇਹ ਵੀ ਕਿਸੇ ਨੂੰ ਨੁਕਸਾਨ ਪਹੁੰਚਾ ਦੂ, ਕਿਸੇ ਦੇ ਹਿੱਤਾਂ ਨੂੰ। ਇਹ ਤਾਂ ਸੋ ਮਤਲਬ ਉਹੀ ਇਹਦਾ ਟੂਲ ਬਣ ਗਏ। ਜਿਹੜੀ ਸਫਲਤਾ ਮਿਲੀ ਨਾ ਸਾਰੀ ਗੱਲ ਨੂੰ ਇੰਨੀ ਤੇਜ਼ੀ ਨਾਲ। ਸੋ ਤੱਥ ਇਹ ਹੈ ਕਿ 10 ਦਸੰਬਰ ਤੋਂ ਕੁਛ ਚਿਰ ਬਾਅਦ ਤੱਕ ਈਵਨ ਜਿਹੜੇ ਕੁਛ ਪੋਲੀਟੀਕਲੀ ਅੰਬੀਸ਼ੀਅਸ ਕਿਸਾਨ ਆਗੂ ਸੀ, ਜਿਨ੍ਹਾਂ ਦੇ ਆਪਦੀਆਂ ਕੋਈ ਯੋਜਨਾਵਾਂ ਸੀ ਵੀ ਇਸ ਸੰਘਰਸ਼ ਤੋਂ ਜਿੱਤ ਕੇ ਅਸੀਂ ਆਪਦਾ ਪੋਲੀਟੀਕਲ ਕੈਰੀਅਰ ਬਣਾਉਣਾ, ਉਹਨਾਂ ਨੇ ਸਰਕਾਰ ਨੂੰ ਸੀਕਰਟਲੀ ਉਹ ਕਾਮਰੇਡਾਂ ਜਿਹੜੇ ਆਗੂ ਨੇ, ਕਿਸਾਨ ਯੂਨੀਅਨਾਂ ਦੇ ਆਗੂ ਨੇ, ਉਹਨਾਂ ਦੀ ਲਿਸਟ ਦਿੱਤੀ ਸੀ ਵੀ ਆਹ ਬੰਦੇ ਨੇ ਜਿਹੜੇ ਸਾਡੇ ਸਮਝੌਤੇ ਦੇ ਰਾਹ 'ਚ ਅੜਿੱਕਾ ਬਣ ਰਹੇ ਨੇ। ਪਰ ਉਹ ਸਾਰਾ ਫਰਕ ਮਿਟ ਗਿਆ ਫਿਰ। ਸੋ ਸਿੱਖਾਂ ਦੇ ਤਾਂ ਮੈਂ ਜਿਵੇਂ ਪਤਾ ਹੀ ਨਹੀਂ ਕਿੰਨੇ ਉੱਥੇ ਬੈਰੀ ਜੰਮ ਪਏ ਆਪ ਹੀ, ਕੁਛ ਅਗਿਆਨਤਾ 'ਚੋਂ ਅਤੇ ਕੁਛ ਅਣਜਾਣੇ ਤੌਰ 'ਤੇ ਕਹਿ ਲਓ, ਕੁਛ ਸੁਚੇਤ ਰੂਪ 'ਚ ਜਿਨ੍ਹਾਂ ਦੇ ਆਪਦੇ ਕੁਛ ਰਾਜਸੀ ਮਨੋਰਥ ਸੀ। ਸੋ ਆਹ ਇੱਕ ਵੱਡਾ ਭਾਣਾ ਵਾਪਰਿਆ। ਪਰ ਹੁਣ ਇਹ ਕੰਮ ਦੇ ਵਿੱਚ ਉਹਨੂੰ ਪਿੱਛੇ ਹਟਣਾ ਪਿਆ। ਜਦੋਂ ਕਿਹਾ ਵੀ ਇੱਥੋਂ ਸਿੱਖੀ ਦੇ ਨਿਸ਼ਾਨ ਨਹੀਂ ਹੋਣਾ ਚਾਹੀਦਾ, ਪਿੱਛੇ ਹਟਣਾ ਪੈ ਗਿਆ। ਹੋਰ ਕੁਛ ਗੱਲਾਂ ਕੀਤੀਆਂ, ਪਿੱਛੇ ਹਟਣਾ ਪੈ ਗਿਆ। ਫਿਰ ਇਹੋ ਜਿਹੇ ਮੌਕੇ ਅਕਸਰੇ ਇਤਿਹਾਸ ਦੇ ਵਿੱਚ ਇਹ ਟ੍ਰੈਜਡੀ ਵਾਪਰਦੀ ਹੈ ਕਿ ਕੁਛ ਬਲੀ ਦੇ ਬੱਕਰੇ ਬਣਾਓ। ਇਹ ਸਾਰੇ ਇਤਿਹਾਸ 'ਚ ਹੀ ਵਾਪਰਿਆ। ਕੋਈ ਵੱਡਾ ਮਨੋਰਥ ਹਾਸਲ ਕਰਨਾ ਨਾ, ਜਿੰਨਾ ਚਿਰ ਤੁਸੀਂ ਲੋਕਾਂ ਦੀਆਂ ਨਜ਼ਰਾਂ 'ਚ ਇੱਕ ਕਿਸੇ ਪਰਸਨ ਨੂੰ ਡੈਮਨਾਈਜ਼, ਇੱਕ ਦੈਂਤ ਬਣਾ ਕੇ ਜਾਂ ਵੱਡਾ ਖਤਰਾ ਬਣਾ ਕੇ ਪੇਸ਼ ਨਹੀਂ ਕਰ ਸਕਦੇ, ਵੱਡਾ ਅਟੈਕ ਕਰਨਾ ਬਹੁਤ ਔਖਾ ਹੈ। ਸੋ 80 ਦੇ ਵਿੱਚ ਇਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਉੱਤੇ ਤਾਂ ਵਾਹਿਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਵੀ ਸੀ ਅਤੇ ਉਹਦੇ ਕੋਲ ਇੱਕ ਤਾਕਤ ਵੀ ਸੀ, ਉਹਦੀ ਫਾਲੋਇੰਗ ਸੀ, ਉਹ ਸਾਰੀ ਪੁੱਠੀ ਪੈਂਦੀ ਗਈ। ਜਿੰਨਾ ਉਹਨੂੰ ਉਹ ਡੈਮਨਾਈਜ਼, ਵਿਲੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਓਨਾ ਹੀ ਉਹਦੀ ਤਾਕਤ ਵਧੀ ਗਈ। ਉੱਥੇ ਤਾਂ ਉਹ ਤਾਂ ਵਾਹਿਗੁਰੂ ਦੀ ਬਖਸ਼ਿਸ਼ ਸੀਗੀ। ਉੱਥੇ ਕੋਈ ਵੀ ਕਿਸੇ ਦਾ ਵੀ ਕੋਈ ਹਥਿਆਰ, ਕੋਈ ਬਦਨੀਤੀ ਉੱਥੇ ਕਾਮਯਾਬ ਹੋਣੀ ਨਹੀਂ ਸੀ। ਉੱਥੇ ਤਾਂ ਉਹਨੂੰ ਨੰਗਾ ਹੀ ਹੋਣਾ ਪੈਣਾ ਸੀ, ਨੰਗੇ ਰੂਪ 'ਚ ਹੀ ਉਤਰਨਾ ਪੈਣਾ ਸੀ। ਇਹੀ ਉਹਨੇ ਕੰਮ ਕੀਤਾ ਵੀ ਜਿਹੜੀ ਪੜਦੇ ਪਏ ਸੀਗੇ ਸਾਰੇ ਉੱਤੇ ਡੈਮੋਕਰੇਸੀ ਦੇ, ਸ਼ਲੀਨਤਾ ਦੇ, ਇੰਡੀਅਨ ਸਟੇਟ ਦੇ, ਉਹ ਸਾਰੇ ਪਾਸੇ ਕਰਕੇ ਦਿਖਾਤਾ ਵੀ ਆਹ ਇਹਦਾ ਅਸਲੀ ਕਿਰਦਾਰ ਹੈ। ਪਰ ਇੱਥੇ ਉਹਨਾਂ ਨੂੰ ਨਾ ਕੁਛ ਬੰਦੇ, 2 ਬੰਦੇ ਇਹੋ ਜਿਹੇ ਟੱਕਰ ਗਏ ਜਾਂ ਦਿਸ ਗਏ ਵੀ ਜਿਨ੍ਹਾਂ ਦਾ ਪਿਛੋਕੜ ਵਿਵਾਦਪੂਰਨ ਹੈ ਅਤੇ ਜਿਨ੍ਹਾਂ ਨੂੰ ਬੜੀ ਮੌਜ ਨਾਲ ਮਤਲਬ ਬਦਨਾਮ ਕੀਤਾ ਜਾ ਸਕਦਾ ਹੈ। ਅਤੇ ਉਹਨਾਂ ਨੂੰ ਇੱਕ ਬਣਾ ਕੇ ਵੀ ਜਿਹਨੂੰ ਡੀਮਨਸ ਕਹਿੰਦੇ ਹਾਂ ਅਸੀਂ, ਵੀ ਡੀਮਨਾਈਜ਼ ਕੀਤਾ ਜਾ ਸਕਦਾ ਉਹਨਾਂ ਨੂੰ। ਅਤੇ ਉਹਨਾਂ ਨੂੰ ਮਤਲਬ ਖਲਨਾਇਕ, ਉਹਨਾਂ ਦੀਆਂ ਇੰਟੈਂਸ਼ਨਾਂ ਵੀ ਉਹ ਕੀ ਕਰਨਾ ਚਾਹੁੰਦੇ ਨੇ, ਉਹਦੇ ਵਿੱਚੋਂ ਦੀਪ ਸਿੱਧੂ 'ਤੇ ਵੱਧ ਹਮਲਾ ਤਾਂ ਹੋ ਗਿਆ ਕਿ ਕਿਉਂਕਿ ਉਹਦੀ ਇੱਕ BJP ਦੇ ਇੱਕ ਆਗੂ ਨਾਲ ਨੇੜਤਾ ਰਹੀ। ਉਹਦੀ ਉਹ ਕੰਪੇਨ ਦੇ ਵਿੱਚ 20 ਦਿਨ ਲਾਏ। ਜਦੋਂ ਇੱਕ ਆਗੂ ਨਾਲ ਨੇੜਤਾ ਹੈ, ਸਨੀ ਦਿਓਲ ਨਾਲ ਨੇੜਤਾ ਹੈ, ਤਾਂ ਬਾਕੀਆਂ ਨਾਲ ਵੀ ਮੁਲਾਕਾਤਾਂ ਤਾਂ ਹੋਣਗੀਆਂ ਅਤੇ ਫੋਟੋਆਂ ਵੀ ਹੋਣਗੀਆਂ, ਇਕੱਠੇ ਖਾਣੇ ਵੀ ਖਾਣਗੇ, ਸਭ ਕੁਛ ਹੋਊ। ਉਹ ਬੜਾ ਸੌਖਾ ਸੀਗਾ ਵੀ ਉਹ ਕੱਢ ਲਿਆਓ ਵੀ ਇਹ ਤਾਂ ਬਾੜੇ ਹੀ ਇਸ ਕਰਕੇ ਸੀ। ਹੁਣ ਜਦੋਂ ਇਹੋ ਜਿਹੀ ਨਫ਼ਰਤ ਭੜਕਾਈ ਜਾਂਦੀ ਹੈ, ਜਨੂੰਨ ਪੈਦਾ ਕੀਤਾ ਜਾਂਦਾ ਹੈ, ਉਦੋਂ ਬੰਦਾ ਰੈਸ਼ਨਲ ਨਹੀਂ ਰਹਿੰਦਾ। ਉਦੋਂ
ਵੈਸੇ ਤਾਂ ਉਹਦੇ ਅੰਦਰ ਇਨਸਾਨ ਮਰ ਜਾਂਦਾ, ਉਦੋਂ ਤਾਂ ਹੈਵਾਨ ਉੱਠ ਖੜਦਾ ਉਹਦੇ ਅੰਦਰ। ਉਹਨੂੰ ਜੋ ਪ੍ਰਾਪੇ ਗੰਡਾ ਹੋ ਗਿਆ, ਜਿਹੋ ਜੀ ਜ਼ਹਿਰ ਭਰਤੀ, ਉਹਨੇ ਤਾਂ ਉਸ ਤਰ੍ਹਾਂ ਕੰਮ ਕਰਨਾ। ਉਹ ਤਾਂ ਆਪਦਾ ਤਾਂ ਉਹਦੇ ਤੇ ਕੋਈ ਕੰਟਰੋਲ ਹੀ ਨਹੀਂ ਹੁੰਦਾ। ਸੋ ਉਹ ਮਤਲਬ ਚਲਾਤਾ ਕਿ ਉਹ ਤਾਂ ਜੀ ਭੇਜੇ ਹੀ ਬੀਜੇਪੀ ਨੇ ਸੀਗਾ। ਉਦੋਂ ਫਿਰ ਉੱਥੇ ਤੱਥ ਦਾ, ਦਲੀਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਿਸੇ ਨੇ ਨਾ ਇਹ ਸੋਚਿਆ ਵੀ ਜਦੋਂ ਕੋਈ ਪਾਰਟੀ ਕਿਸੇ ਲਹਿਰ ਨੂੰ ਢਾਹ ਲਾਉਣ ਵਾਸਤੇ ਆਪਦਾ ਬੰਦਾ ਭੇਜੂ, ਉਹ ਭੇਜੂ ਜਿਹੜਾ ਲੁਕਿਆ ਹੋਇਆ ਹੋਵੇ, ਜਿਹਨੂੰ ਕੋਈ ਜਾਣਦਾ ਨਾ ਹੋਵੇ ਵੀ ਜਿਹੜਾ ਤਾਂ ਬੀਜੇਪੀ ਦਾ ਹੈ। ਉਹ ਤਾਂ ਬਾਅਦ 'ਚ ਪਤਾ ਲੱਗੇ ਜਦੋਂ ਕੁਛ ਕਰ ਜੇ। ਅਤੇ ਜਿਹੜਾ ਇੰਨਾ ਓਪਨ ਹੈ, ਕੰਪੇਨ ਕਰਦਾ ਰਿਹਾ, ਜਿਹਨੇ ਕਦੇ ਲੁਕੋਇਆ ਵੀ ਨਹੀਂ, ਵੀ ਉਹਦੇ ਨਾਲ ਤੁਹਾਡੇ ਹੋਰ ਵਿਰੋਧ ਹੋ ਸਕਦੇ ਨੇ, ਵੀ ਇਹ ਕਿਵੇਂ ਹੈ। ਸੋ ਆ ਇਹ ਕਹਿ ਲਓ ਕਿ ਜਿਹੜੀ ਹੈਗੀ ਆ ਪ੍ਰਿਸ਼ਟ ਭੂਮੀ, ਇੱਕ ਪਿੜ ਤਿਆਰ ਹੋਇਆ ਇੱਕ ਵੱਡੇ ਹਮਲੇ ਦਾ, ਅਤੇ ਉਹਦੇ ਵਿੱਚ 2 ਬੰਦੇ ਬਲੀ ਦੇ ਬੱਕਰੇ ਬਣਾਏ ਗਏ। ਖਾਸ ਕਰਕੇ ਇਹ ਲੱਖਾ ਸਿਧਾਣਾ ਅਤੇ ਦੀਪ ਸਿੱਧੂ। ਪਰ ਦੀਪ ਸਿੱਧੂ ਤੇ ਮੇਨ ਉਹ ਈਜੀ ਟਾਰਗੇਟ ਸੀਗਾ ਆਪਦੇ ਉਹ ਪਿਛੋਕੜ ਕਰਕੇ, ਇਕੱਲਾ ਪਿਛੋਕੜ ਕਰਕੇ ਨਹੀਂ। ਉਹਨੇ ਪਿਛਲੇ 3-4 ਮਹੀਨਿਆਂ ਵਿੱਚ ਜੋ ਆਪਦੇ ਕੁਛ ਗੱਲਾਂ ਦਿਖਾਈਆਂ ਵੀ ਉਹ ਇੰਟੈਲੀਜੈਂਟ ਹੈ, ਅਤੇ ਉਹਦੇ ਕੋਲ ਇੱਕ ਬੋਲਣ ਦੀ ਕਲਾ ਹੈ, ਅਤੇ ਬੜਾ ਸਮਝਦਾਰ ਹੈ, ਅਤੇ ਉਹ ਸਾਰੀਆਂ ਘਟਨਾਵਾਂ ਨੂੰ ਬੜੀ ਬਰੀਕੀ 'ਚ ਜਾ ਕੇ ਵੀ ਗੱਲ ਨੂੰ ਸਮਝ ਸਕਦਾ ਹੈ। ਅਤੇ ਉਹਨੇ ਇੱਕ ਨੈਰੇਟਿਵ ਸਿਰਜਿਆ ਬਹੁਤ ਵੱਡੀ ਪੱਧਰ ਦੇ ਉੱਤੇ ਕਿ ਇਸ ਗੌਰਮੈਂਟ ਦੇ, ਇਸ ਸਰਕਾਰ ਦੀਆਂ ਜਿਹੜੇ ਮਨਸੂਬੇ ਕੀ ਨੇ। ਤੁਸੀਂ ਉਹਦੀਆਂ ਸਪੀਚਾਂ ਸੁਣੋ ਵੀ ਸਾਰੀਆਂ ਉਹ ਘੱਟ ਗਿਣਤੀਆਂ ਅਤੇ ਹੋਰਨਾਂ ਵਰਗਾਂ ਨੂੰ ਵੀ ਉਹਦੇ ਵਿੱਚ ਉਹ ਸ਼ਾਮਲ ਕਰਦਾ ਰਿਹਾ, ਵੀ ਉਹਨਾਂ ਨਾਲ ਇਹ, ਅਤੇ ਉਹਨੇ ਜਿੰਨਾ ਪਰਸਪੈਕਟਿਵ ਉਭਾਰਿਆ ਉਹ ਕਿਤੇ ਵੀ ਇਕੱਲਾ ਸਿੱਖਾਂ ਤੱਕ ਸੀਮਿਤ ਨਹੀਂ। ਉਹਦੇ 'ਚ ਇਹ ਸੀ ਵੀ ਹਿੰਦੁਸਤਾਨ ਦੇ ਜਿਹੜਾ ਢਾਂਚਾ, ਇਹਦੀ ਰੀਸਟਰਕਚਰਿੰਗ ਹੋਵੇ, ਇਹਨੂੰ ਡੈਮੋਕਰਟਾਈਜ਼ ਕੀਤਾ ਜਾਵੇ, ਅਤੇ ਜਿਹਦੇ ਵਿੱਚ ਇਹ ਸੀ ਵੀ ਸੈਂਟਰ ਸਟੇਟ ਸੰਬੰਧਾਂ ਨੂੰ ਮੁੜ ਤੋਂ ਡਿਫਾਈਨ ਹੋਣ। ਇਹਦਾ ਫੈਡਰਲ ਜਿਹੜੀ ਹੈਗੀ ਰੂਹ ਉਹ ਇਹਦੇ ਵਿੱਚ ਭਰੀ ਜਾਵੇ, ਤਾਂ ਇਹ ਬਚਾਅ ਹੋਊਗਾ। ਨਹੀਂ ਇਹ ਸਭ ਕੁਛ ਨੂੰ ਹਜ਼ਮ ਕਰ ਜਾਣਗੇ। ਸਾਰਾ ਉਹ ਹੈ, ਪਰ ਕਿਸੇ ਨੇ ਨਹੀਂ ਦੇਖਣੀ ਇਹ ਗੱਲ। ਇੱਕ ਤਾਂ ਉਹਦਾ ਇਹ ਪੱਖ ਹੈ। ਇੱਕੋ ਜਿਹੜਾ ਐਡਾ ਟਾਰਗੇਟ ਬਣ ਗਿਆ, ਉਹਦੇ 'ਚ ਇਹ ਸੀ ਵੀ ਉਹਦੇ 'ਚ ਇੱਕ ਉਹਨੂੰ ਨੁਕਸ ਕਹਿ ਲਓ ਜਾਂ ਕੁਛ ਵੀ ਕਹਿ ਲਓ ਕਿ ਉਹ ਇੰਪਲਸਿਵ ਹੈ, ਨਿਰਛਲ ਹੈ। ਉਹ ਤੋਂ ਪਿਉਂਤ ਬਣਾ ਕੇ ਕੁਛ ਵੀ ਨਹੀਂ ਹੁੰਦਾ। ਇੰਪਲਸਿਵ ਬੰਦੇ ਤੋਂ ਪਿਉਂਤ ਬਣਾ ਕੇ ਕੁਛ ਵੀ ਨਹੀਂ ਹੁੰਦਾ। ਅਤੇ ਦੀਪ ਸਿੱਧੂ ਦਾ ਤਾਂ ਇਹ ਸੀ, ਉਹਨੂੰ ਤਾਂ ਇਸ ਗੱਲ ਨਾਲ ਨਫ਼ਰਤ ਸੀ ਵੀ ਤੁਸੀਂ ਕੋਈ ਵਿਉਂਤ ਬਣਾਓ ਅਤੇ ਫਿਰ ਉਹਨੂੰ ਅਮਲ 'ਚ ਲਿਆਉਣ ਵਾਸਤੇ ਤੁਸੀਂ ਲੋਕਾਂ ਨੂੰ ਵਰਤੋ। ਉਹ ਕਹਿੰਦਾ ਸੀ ਅਨਐਥੀਕਲ ਹੈ, ਇਹ ਹਿਊਮਨਿਸਟ ਨਹੀਂ। ਸੋ ਇਸ ਕਰਕੇ ਉਹਨੂੰ ਤਾਂ ਇਸ ਗੱਲ ਨਾਲ ਚਿੜ ਸੀਗੀ, ਅਤੇ ਉਹ ਤਾਂ ਇਹ ਸੀ ਵੀ ਜੋ ਕਰਦਾ ਸੀਗਾ ਇੰਪਲਸਿਵ ਸੀਗਾ। ਹੁਣ ਜਿਹੜੀ ਉਹਦੇ 'ਚ ਸਮਰੱਥਾ ਸੀ, ਉਸ 'ਚ ਬਹੁਤ ਧਿਰਾਂ ਅਤੇ ਵਿਅਕਤੀਆਂ 'ਚ ਲਾਲਸਾ ਜਾਗੀ ਪੋਲੀਟੀਕਲ 'ਚ, ਵੀ ਅਸੀਂ ਇਹਨੂੰ ਆਪਦਾ ਟੂਲ ਜਾਂ ਵਹੀਕਲ ਬਣਾ ਕੇ ਆਪਦੇ ਪੋਲੀਟੀਕਲ ਜਿਹੜੀ ਹੈਗੀ ਸਾਡੀ ਪੋਲੀਟਿਕਸ ਜਾਂ ਪੋਲੀਟੀਕਲ ਇੰਟਰਸਟ ਉਹ ਐਡਵਾਂਸ ਕਰ ਲਈਏ ਜੇ ਕਿਤੇ। ਉਹ ਫਿਰ ਜਦੋਂ ਸ਼ੰਭੂ ਨੇ ਮੋਰਚਾ ਆਰੰਭ ਕੀਤਾ, ਉਦੋਂ ਹੀ ਸਰਗਰਮ ਹੋ ਗਏ ਕਿ ਇਹਨੂੰ ਕਿਸ ਤਰ੍ਹਾਂ ਕਾਬੂ ਕਰਕੇ ਨਾ ਇਹਨੂੰ ਅਸੀਂ ਆਪਦੇ ਵਾਸਤੇ ਵਰਤ ਸਕੀਏ। ਆਪਦੀ ਪੋਲੀਟਿਕਸ ਨੂੰ ਐਡਵਾਂਸ ਕਰਨ ਵਾਸਤੇ ਦੀਪ ਸਿੱਧੂ ਨੂੰ ਵਹੀਕਲ ਜਾਂ ਟੂਲ ਬਣਾਉਣ ਦੀਆਂ ਇਹ ਤਾਂ ਮੈਂ ਤੁਹਾਨੂੰ 1.5 ਘੰਟਾ ਤੇ ਘਟਨਾਵਾਂ ਗਿਣਾ ਸਕਦਾ ਕਿਹਨੇ ਕੀਤੀ। ਉਹ ਜਿਹਦੇ ਵੀ ਸੱਟਾਂ ਵੱਜੀ ਗਈਆਂ ਉਹਦਾ ਦੁਸ਼ਮਣ ਬਣਦਾ ਗਿਆ। ਸੋ ਉਹਨੇ ਤਾਂ ਦੁਸ਼ਮਣਾਂ ਦੀਆਂ ਫੌਜਾਂ ਹੀ ਖੜੀਆਂ ਕੀਤੀਆਂ ਸਾਰੇ ਪੀੜ ਦੇ ਵਿੱਚ, ਆਪਦੀ ਮਾਸੂਮੀਅਤ 'ਚੋਂ, ਆਪਦੀ ਨਿਰਛਲਤਾ 'ਚੋਂ ਅਤੇ ਆਪਦੇ ਅਥਰੇਪਣ 'ਚੋਂ। ਸੋ ਇਸ ਕਰਕੇ ਉਹ 'ਤੇ ਹਮਲਾ ਕਰਨਾ ਤਾਂ ਬਹੁਤ ਸੌਖਾ ਸੀਗਾ, ਅਤੇ ਉਹ ਉਹਦਾ ਵਿਕਟਮ ਬਣ ਗਿਆ। ਬਸ ਸਭ ਤੋਂ ਵਧੀਆ ਬਲੀ ਦਾ ਬੱਕਰਾ ਉਹ ਬਣ ਸਕਦਾ ਸੀਗਾ। ਲੱਖੇ ਸਿਧਾਣਾ ਉਸ ਹੱਦ ਤੱਕ ਨਹੀਂ ਸੀ ਬਣ ਸਕਦਾ, ਕਿਉਂਕਿ ਉਹਦੇ ਵਿੱਚ ਉਹਦੇ ਇੱਕ ਡਿਫਰੈਂਟ ਸੀ, ਹੋਰ ਪਿਛੋਕੜ 'ਚੋਂ ਆਇਆ, ਉਹਦੀ ਜ਼ਿੰਦਗੀ ਦਾ ਹੋਰ ਤਰ੍ਹਾਂ ਰਿਹਾ। ਉਹਦੇ 'ਚ ਇੱਕ ਪ੍ਰੈਕਟੀਕਲ ਵਿਜ਼ਡਮ ਬੜੀ ਹੈ, ਉਹ ਸਭ ਕੁਝ ਉਹ ਪਲਾਨ ਕਰ ਸਕਦਾ, ਸੋਚ ਸਕਦਾ ਆਪਦਾ। ਇਸ ਕਰਕੇ ਉਹਨੂੰ ਟਾਰਗੇਟ ਤਾਂ ਬਣਾਇਆ, ਕਿਉਂਕਿ ਉਹ ਲੈਫਟ ਨੂੰ ਖਤਰਾ ਸੀ। ਉਹ ਕਿਸੇ ਵੀ ਕਿਸਾਨ ਯੂਨੀਅਨ ਦੇ ਨੂੰ ਕੋਈ ਖਤਰਾ ਨਹੀਂ ਸੀ ਉਹਦਾ, ਉਹ ਤਾਂ ਉਹਨਾਂ ਨਾਲ ਰਲ ਕੇ ਚੱਲ ਰਿਹਾ ਸੀਗਾ। ਸੋ ਮੇਨਲੀ ਲੈਫਟ ਹੈ, ਜਿੰਨਾ ਉਹਨਾਂ 'ਚ ਇਹ ਤੰਗ ਨਜ਼ਰੀ ਹੈ, ਜਿੰਨੀ ਅਸਹਿਣਸ਼ੀਲਤਾ ਹੈ, ਅਤੇ ਜਿੰਨਾ ਉਹਦੇ 'ਚ ਉਹ ਹੈ, ਤਾਂ ਉਹ ਫਿਰ ਮਤਲਬ ਉਹਨਾਂ ਨੇ ਇਹ ਕੀਤਾ। ਸੋ ਇਹ ਇੱਕ ਪਿਛੋਕੜ ਜਾਂ ਇੱਕ ਉਹ ਬੈਕਗਰਾਊਂਡ ਬਣੀ, ਜਿਹਦੇ ਵਿੱਚੋਂ ਜਿਹੜਾ ਰਵੀ ਸਿੱਧੂ ਉਹ ਬਲੀ ਦਾ ਬੱਕਰਾ ਬਣ ਗਿਆ। ਉਹ 'ਚ ਬੜੀਆਂ ਤਾਕਤਾਂ, ਦੇਸ਼ ਭਰ ਦੇ ਰਾਸ਼ਟਰਵਾਦੀ, ਹਾਂ ਕੌਣ ਬਣੇ, ਸਾਰੇ ਦੇਸ਼ ਦੀ ਜਿਹੜੀ ਸਥਾਪਤੀ ਪੱਖੀ ਪੋਲੀਟੀਕਲ ਕਲਾਸ, ਬੀਜੇਪੀ ਤੋਂ ਲੈ ਕੇ ਆਪ ਤੱਕ ਸਾਰੇ ਨੇ ਉਹਦੇ 'ਚ। ਉਹ ਬੜਾ ਸਪੈਕਟਰਮ ਸਾਰਾ ਲੰਬਾ ਹੈਗਾ, ਵਿਸ਼ਾਲ ਹੈ ਉਹ। ਇਹ ਨੰਬਰ 1 ਪੋਲੀਟੀਕਲ ਕਲਾਸ,
ਨੰਬਰ 2 ਦੇਸ਼ ਭਰ ਦਾ ਜਿਹੜਾ ਨੈਸ਼ਨਲਿਸਟ ਇੰਟਲੈਕਚੁਅਲ ਹੈ। ਤੀਜਾ ਦੇਸ਼ ਭਰ ਦਾ ਜਿਹੜਾ ਵੀ ਕੋਈ ਸੈਕੂਲਰਿਸਟ ਤੇ ਆਪਣਾ ਲੈਫਟਿਸਟ ਹੈ। ਚੌਥਾ ਜਿਹਦੇ ਅੰਦਰ ਵੀ ਉਹ ਜਲਨ ਪੈਦਾ ਕਰਦਾ ਤੁਰਿਆ ਗਿਆ, ਜਿਹਦੇ ਵੀ ਉਹਨੇ ਕੋਈ ਸੱਟ ਮਾਰਤੀ, ਜਿਹਦਾ ਉਹ ਵਾਹੀਕਲ ਨਹੀਂ ਬਣਿਆ, ਉਹ ਟੂਲ ਨਹੀਂ ਬਣਿਆ, ਜਿਹਨੂੰ ਨੇ ਲਾ ਕੇ ਪਾਸੇ ਸੁੱਟਤਾ, ਉਹਨਾਂ 'ਚ ਉਹ ਕ੍ਰੋਧ ਵੀ ਜਾਗ ਗਿਆ ਤੇ ਜਲਨ ਵੀ ਪੈਦਾ ਹੋਈ। ਸੋ ਉਹਨੇ ਤਾਂ ਉਹ ਇੰਨੇ ਦੁਸ਼ਮਣ ਬਣਾ ਲਏ ਤੇ ਉਹ ਪਿੱਛੇ ਹਟਦਾ ਨਹੀਂ ਸੀਗਾ, ਇਹ ਉਹਦੇ ਸੁਭਾਅ 'ਚ ਨਹੀਂ। ਸੋ ਉਹ ਇੰਪਲਸਿਵ ਹੈ, ਕੁਛ ਗੱਲਾਂ ਉਹ ਇਸ ਤਰ੍ਹਾਂ ਦੀਆਂ ਕਰਦਾ ਉਹ। ਸੋ ਇਸ ਕਰਕੇ ਬਾਅਦ ਲੋਕਾਂ ਨੇ ਵੀ ਉਹ ਆਹ ਕਰਨਾ ਚਾਹੁੰਦਾ ਸੀ, ਜਿਹੜਾ ਇਹ ਹੈ ਨਾ ਵੀ ਉਹਦੀਆਂ ਪੋਲੀਟੀਕਲ ਐਂਬੀਸ਼ਨ ਸੀ, ਉਹ ਪੋਲੀਟੀਕਲ ਧਿਰ ਬਣਾਉਣਾ ਚਾਹੁੰਦਾ ਸੀ। ਮੈਂ ਤਾਂ ਇਹਦਾ ਮਤਲਬ ਆਈ ਵਿਟਨੈਸ ਹਾਂ, ਉਹਦੇ ਨਾਲ ਮਤਲਬ ਗੱਲ ਕੀਤੀ ਗਈ, ਮੈਂ ਵੀ ਉਹਦੇ 'ਚ ਸ਼ਾਮਲ ਸੀਗਾ। ਤੇ ਇੱਕ ਨਵੀਂ ਸਮਝ ਉੱਭਰ ਕੇ ਆਈ ਸੀ ਜਿਹਦਾ ਮੇਨ ਮਨਧੀਰ ਸਿੰਘ ਹੈ, ਜਿਹਨੂੰ ਸਿੱਖ ਸਿਆਸਤ ਦਾ ਆਪਾਂ ਕਹਿ ਸਕਦੇ ਹਾਂ। ਉਹਨਾਂ ਨੇ ਮਤਲਬ ਇਹ ਲਿਆਂਦੀ ਸੀ ਵੀ ਇੱਥੇ ਜਿਹੜੀ ਪੋਲੀਟੀਕਲ ਬੰਦਿਆਂ ਦੀ ਐਂਬੀਸ਼ਨ ਹੈ ਉਹ ਤੁਸੀਂ ਰਿਐਲਿਟੀ ਨਾਲ ਜੋੜ ਕੇ ਦੇਖੋ, ਉਹ ਪੂਰੀ ਹੋਣੀ ਨਹੀਂ। ਇੱਥੇ ਤੁਹਾਨੂੰ ਸੂਬੇਦਾਰੀ ਬਣੀ, ਬਹੁਤ ਲੰਗੜੀ ਜੀ ਸੂਬੇਦਾਰੀ ਬਣੂ। ਕਿਉਂ ਐਵੇਂ ਭੱਜੇ ਫਿਰਦੇ ਹੋ ਲੰਗੋਟੇ ਕਸੀਂ, ਕਾਹਦੇ ਪਿੱਛੇ? ਸੋਚੋ, ਦੇਖੋ ਸਾਰੇ ਅਮਲ 'ਚੋਂ। ਪਰ ਨਹੀਂ ਹਟਦਾ ਹੁੰਦਾ, ਬੰਦੇ ਅੰਨੇ ਹੋਏ ਹੁੰਦੇ ਨੇ ਆਪਦੇ ਉਹਦੇ 'ਚ। ਤੇ ਦੀਪ ਦੀ ਪਹਿਲਾਂ ਇਹ ਸੀਗੀ ਕੁਛ ਕਿ ਉਹ ਐਂ ਨਹੀਂ ਕਿ ਉਹਦੇ 'ਚ ਲਾਲਸਾ ਸੀ, ਉਹਨੂੰ ਐਂ ਸੀ ਵੀ ਚੇਂਜ ਲਿਆਉਣੀ ਆ ਤੇ ਜ਼ਰੂਰੀ ਹੈ। ਸੋ ਇੱਕ ਆਈਡੀਆ ਲਿਆਂਦਾ ਗਿਆ, ਬੜਾ ਹੀ ਕ੍ਰੀਏਟਿਵ ਆਈਡੀਆ ਸੀ ਕਿ ਜਿਹੜੇ ਬੰਦੇ ਨੇ ਇਸ ਤਰ੍ਹਾਂ ਦਾ ਕੋਈ ਰੋਲ ਨਿਭਾਉਣਾ ਉਹ ਚੌਕੀਦਾਰ ਦਾ ਕੰਮ ਕਰੇ, ਉਹ ਸਿੱਧਾ ਕਿਸੇ ਉਸ ਧਿਰ ਦੇ ਵਿੱਚ ਨਾ ਆਵੇ ਸਿੱਧੇ ਰੂਪ 'ਚ, ਉਹ ਤਾਂ ਪਹਿਰੇਦਾਰੀ ਕਰੇ ਹਿੱਤਾਂ ਦੀ ਪੰਜਾਬ ਦੇ ਤੇ ਮਾਨਵਤਾ ਦੇ, ਤਾਂ ਕਿ ਉਹ ਰਸਤੇ ਤੋਂ ਨਾ ਭਟਕੇ ਜਿਹੜੀ ਕੋਈ ਨਵੀਂ ਪੋਲੀਟੀਕਲ ਫੋਰਸ ਉੱਭਰੂਗੀ। ਸੋ ਉਹ ਤਾਂ ਉਹਦਾ ਬਣਿਆ। ਹੁਣ ਇਹਦੇ 'ਚ ਇੱਕ ਬੁਨਿਆਦੀ ਸੱਚ ਹੈ, ਮੈਂ ਬਹੁਤ ਹੀ ਬਰੀਫ 'ਚ ਗੱਲ ਕਰੂੰਗਾ ਕਿ ਜਿਹੜੇ ਬੰਦੇ ਦੀ ਪੋਲੀਟੀਕਲ ਸੋਚ ਹੈ ਜਾਂ ਪੋਲੀਟਿਕਸ ਨੂੰ ਲੈ ਕੇ ਚੱਲਦਾ ਹੈ, ਜਿਹਦੇ ਕੋਈ ਸਿਆਸੀ ਸਰੋਕਾਰ ਨਾ ਤੇ ਪਿੱਛੇ ਕੋਈ ਅਧਿਆਤਮਕ ਪ੍ਰੇਰਨਾ ਹੈ ਨਹੀਂ, ਉਹ ਨਿੱਜ ਤੋਂ ਉੱਪਰ ਨਹੀਂ ਉੱਠ ਸਕਦਾ। ਅਧਿਆਤਮਕ ਪ੍ਰੇਰਨਾ ਤੋਂ ਬਿਨਾਂ ਬੰਦਾ ਪੈਸੇ ਦਾ ਲਾਲਚ ਵੀ ਤਿਆਗ ਦੂਗਾ, ਕ੍ਰੋਧ ਵੀ ਤਿਆਗ ਦੂ। ਸੁਭਾਅ 'ਚ ਕਈਆਂ ਦੇ ਹੁੰਦਾ, ਉਹਨੂੰ ਨਹੀਂ ਗੁੱਸਾ ਆਉਂਦਾ, ਮਤਲਬ ਉਹ ਵਿਕਾਰ ਮਨੋ ਵਿਕਾਰਾਂ, ਕਾਮ 'ਤੇ ਵੀ ਕਾਬੂ ਪਾ ਲੂ, ਉਹ ਨਿੱਜ ਨੂੰ ਨਹੀਂ ਕੱਢ ਸਕਦਾ ਉਹਦੇ ਵਿੱਚੋਂ। ਸੋ ਜਦੋਂ ਅਧਿਆਤਮਕ ਪ੍ਰੇਰਨਾ ਤੋਂ ਸੱਖਣੇ ਬੰਦੇ ਪੋਲੀਟਿਕਸ 'ਚ ਆਉਣ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਉਹਨਾਂ ਦੇ ਜਿਹੜੇ ਰਾਜਸੀ ਸਰੋਕਾਰ ਹੈ ਉਹ ਵੀ ਉਹਨਾਂ ਤੋਂ ਉਹ ਪਾਸੇ ਨਹੀਂ ਹੋ ਸਕਦੇ। ਸੋ ਇੱਕ ਮੌਕੇ ਦੇ ਉੱਤੇ ਦੀਪ ਸਿੱਧੂ ਨੂੰ ਇਸ ਨੈਰੇਟਿਵ ਦਾ, ਇਹ ਸੋਚ ਫੈਲਾਉਣ ਦਾ, ਲੋਕਾਂ 'ਚ ਪਾਪੂਲਰਾਈਜ਼ ਕਰਨ ਦਾ ਵਸੀਲਾ ਬਣਾਇਆ ਗਿਆ ਤੇ ਉਹ ਬਣਿਆ ਆਪਦੀ ਇਮਾਨਦਾਰੀ ਨਾਲ। ਉਹਨੂੰ ਇਹ ਗੱਲ ਕਨਵਿੰਸ ਸੀਗੀ ਵੀ ਇਹ ਇੱਕ ਰਾਹ ਰੋਕਿਆ ਜਾ ਸਕਦਾ ਹੈ। ਪਰ ਜਿੱਥੇ ਪੋਲੀਟੀਕਲ ਹੋਵੇ, ਅਸੀਂ ਆਪਦੀ ਪੋਲੀਟਿਕਸ ਐਡਵਾਂਸ ਕਰਨੀ ਆ, ਪਿੱਛੇ ਰੀਅਲ ਅਧਿਆਤਮਕ ਪ੍ਰੇਰਨਾ ਕੋਈ ਨਹੀਂ, ਨਿੱਜ ਤੋਂ ਉੱਪਰ ਨਹੀਂ ਉੱਠਿਆ ਜਾਂਦਾ, ਪੋਲੀਟਿਕਸ ਨੂੰ ਧਰਮ ਦੇ ਅਧੀਨ ਨਹੀਂ ਕੀਤਾ ਜਾਂਦਾ, ਉੱਥੇ ਫਿਰ ਮੋਰੈਲਿਟੀ 'ਤੇ ਵੀ ਉਹਦਾ ਕਿਤੇ ਨਾ ਕਿਤੇ ਜਾ ਕੇ ਪਰਛਾਵਾਂ ਪੈ ਜਾਂਦਾ ਹੈ। ਬੰਦੇ ਨੂੰ ਵਰਤਣ ਦੀ ਜਦੋਂ ਉਹ ਇੱਕ ਪ੍ਰੋਬਲਮ ਬਣ ਜੇ ਜਾਂ ਤੁਹਾਡੀ, ਕਿਉਂਕਿ ਪਹਿਲਾਂ ਆਪਦੀ ਇੱਕ ਪੋਲੀਟਿਕਸ ਐਡਵਾਂਸ ਕਰਨੀ ਆ, ਉਹਦੇ ਰਾਹੀਂ ਜਦੋਂ ਲੱਗੇ ਕਿ ਇਹਦਾ ਅਥਰਾਪਣ ਤਾਂ ਸਾਡੀ ਨਵੀਂ ਬਦਲੀ ਹੋਈ ਸਿਚੁਏਸ਼ਨ 'ਚ ਸਾਡੇ ਪੋਲੀਟੀਕਲ ਇੰਟਰਸਟ ਨੂੰ ਤੇ ਸਾਡੀ ਪੋਲੀਟਿਕਸ ਲਈ ਇੱਕ ਸਮੱਸਿਆ ਬਣ ਰਿਹਾ ਹੈ, ਕਿ ਫਿਰ ਉਹ ਕੀ ਕਰਦੇ ਆ, ਫਿਰ ਉਹਨੂੰ ਵੀ ਸੁੱਟ ਦਿੰਦੇ ਆ ਪਾਸੇ। ਆਹ ਟ੍ਰੈਜਡੀ ਮੈਂ ਕਹੂੰਗਾ, ਇਤਿਹਾਸਕ ਟ੍ਰੈਜਡੀ ਵਾਪਰੀ ਹੈ, ਬਹੁਤ ਵੱਡੀ। ਇਹਦੀਆਂ ਬੜੀਆਂ ਉਦਾਹਰਨਾਂ ਨੇ ਦੁਨੀਆ 'ਚ, ਜਦੋਂ ਜਿਹੜੇ ਨਾਇਕ ਨੇ ਲੋਕਾਂ ਦੇ, ਉਹ ਅਜੇ ਨਾਇਕ ਨਹੀਂ ਸੀ, ਸਿਰ ਚੁੱਕ ਰਿਹਾ ਸੀ। ਇਹ ਤਾਂ ਲੱਖਾ ਵੀ ਤੇ ਇਹ ਵੀ ਆਪਦੇ ਤਰੀਕੇ ਨਾਲ, ਦੋਹਾਂ 'ਚ ਸਾਂਝ ਵੀ ਹੈ ਪਰ ਬਹੁਤ ਕੁਛ ਸਾਂਝਾ ਵੀ ਨਹੀਂ। ਮਤਲਬ ਸਾਂਝਾ ਇਸ ਪੱਖੋਂ ਕਿ ਉਹਨਾਂ 'ਚ ਬੜੇ ਫਰਕ ਨੇ। ਫਰਕ ਇਹ ਨਹੀਂ ਕੋਈ ਦਿਲਾਂ 'ਚ ਫਰਕ ਹੈ, ਵਿਚਾਰਾਂ ਦੀ ਪੱਧਰ ਦੇ ਉੱਤੇ, ਮਤਲਬ ਇਹਦਾ ਵਿਜ਼ਨ ਬਹੁਤ ਵੱਡਾ ਹੈ। ਲੱਖੇ ਕੋਲ ਧੜੱਲਾ ਬਹੁਤ ਹੈ ਤੇ ਪ੍ਰੈਕਟੀਕਲ ਵਿਜ਼ਡਮ ਹੈਗੀ ਹੈ। ਉਹ ਸੋਚ ਕੇ ਸਕਦਾ ਮੈਂ ਕੀ ਕਰਨਾ, ਕਿ ਇਹ ਤੋਂ ਨਹੀਂ ਸੋਚਿਆ ਜਾਂਦਾ, ਇਹ ਇੰਪਲਸਿਵ ਹੈ। ਸੋ ਪਹਿਲਾਂ ਮਤਲਬ ਫਿਰ ਸੋ ਇਹਨੇ ਤਾਂ ਮਤਲਬ ਆਪਣਿਆਂ ਤੇ ਬਗਾਨਿਆਂ, ਇਹ ਤਾਂ ਦੋਹਾਂ ਦੇ ਕਹਿਰ ਦਾ ਸ਼ਿਕਾਰ ਹੋ ਗਿਆ ਬੰਦਾ। ਇਹਦੇ ਪੱਖ 'ਚ ਬੋਲਣ ਵਾਲਾ ਕੋਈ ਵੀ ਨਾ ਰਹਿ ਗਿਆ ਤੇ ਸਾਰਾ ਹਮਲਾ ਦੀ ਧਾਰ ਦੀਪ ਸਿੱਧੂ ਤੇ ਸੇਧਤ ਹੋ ਗਈ। 26 ਤਰੀਕ ਦੀ ਰਾਤ ਨੂੰ ਜਿਹੜੇ ਬੰਦਿਆਂ ਨੇ ਇਹਨੂੰ ਕੁੱਟਣ ਜਾਂ ਮਾਰਨ ਵਾਸਤੇ ਉਹ ਭੀੜ ਪਈ ਪਾਗਲ ਹੋ ਕੇ, ਉਹ ਭੀੜ ਕੀ ਹੈ? ਉਹ ਲਿੰਚਿੰਗ ਬ੍ਰਿਗੇਡ ਹੈ।
ਉਹ ਲਿੰਚਿੰਗ ਬ੍ਰਿਗੇਡ ਜਰਮਨੀ 'ਚ ਵੀ ਪੈਦਾ ਹੋਏ ਸੀ, ਇਟਲੀ 'ਚ ਵੀ ਪੈਦਾ ਹੋਏ ਸੀ, ਦੁਨੀਆ ਦੇ ਬਹੁਤ ਹਿੱਸਿਆਂ 'ਚ ਪੈਦਾ ਹੋਏ ਨੇ। ਤੇ ਇੱਥੇ ਆਪਾਂ ਦੇਖ ਚੁੱਕੇ ਹਾਂ ਮੁਸਲਮਾਨਾਂ ਦੇ ਮਾਮਲੇ 'ਚ ਬੀਜੇਪੀ ਦੇ, ਉਹ ਜਦੋਂ ਬੰਦੇ ਦੀ ਭੀੜ ਦੀ ਇਹ ਮਾਨਸਿਕਤਾ ਬਣਦੀ ਹੈ ਨਾ ਕਿ ਨਫ਼ਰਤ ਨਾਲ ਅੰਨਾ ਹੁੰਦਾ ਹੈ, ਉਦੋਂ ਉਹਦੇ ਅੰਦਰ ਇਨਸਾਨ ਮਰ ਜਾਂਦਾ, ਉਹ ਤਾਂ ਫਿਰ ਹੈਵਾਨ ਜਾਗਦਾ ਹੈ। ਫਿਰ ਉਹ ਅੰਨਾ ਹੋ ਕੇ ਕੋਈ ਵੀ ਵੱਡੇ ਤੋਂ ਵੱਡਾ ਗੁਨਾਹ ਕਰ ਸਕਦਾ ਹੈ, ਉਹਨੂੰ ਉਦੋਂ ਕੋਈ ਪਤਾ ਨਹੀਂ, ਕੋਈ ਸੁੱਧ ਬੁੱਧ ਨਹੀਂ ਹੁੰਦੀ। ਇਹ ਅਸੀਂ 84 'ਚ ਦਿੱਲੀ ਦੀਆਂ ਗਲੀਆਂ ਤੇ ਵਿੱਚ ਦੇਖਿਆ, ਬਕਾਰੋ 'ਚ ਦੇਖਿਆ, ਕਾਨਪੁਰ ਦੇਖਿਆ, ਤੇ ਹੋਰ ਕਿੰਨੇ ਥਾਵਾਂ ਤੇ ਹਿੰਦੁਸਤਾਨ ਦੇ ਚੱਪੇ ਚੱਪੇ ਤੇ 84 'ਚ ਅਸੀਂ ਖੁਦ ਦੇਖ ਚੁੱਕੇ ਹਾਂ। ਇੱਕ ਭੀੜਾਂ ਪਾਗਲ ਬਣਦੀਆਂ, ਜਿਹੜਾ ਬੰਦਾ ਹੈ ਇਨਸਾਨ ਹੈ ਹੈਵਾਨ ਬਣਦਾ, ਤੇ ਕਿਹੋ ਜਿਹੇ ਗੁਨਾਹ ਕਰਦਾ। ਸੋ ਇਹ ਸਮਰੱਥਾ ਲੈਫਟ 'ਚ ਜਿੰਨੀ ਬੀਜੇਪੀ 'ਚ ਹੈ ਉਨੀ ਲੈਫਟ 'ਚ ਹੈ। ਸੱਚ ਇਹ ਹੈ ਕਿ ਜਿੱਥੇ ਧਰਮ ਜਿਹੜਾ, ਧਰਮ 'ਚ ਬਹੁਤ ਸਮਰੱਥਾ ਹੁੰਦੀ ਹੈ ਤੇ ਵਿਚਾਰਧਾਰਾ 'ਚ ਵੀ ਹੁੰਦੀ ਹੈ, ਤੇ ਧਰਮ 'ਚ ਇਹ ਉਦੋਂ ਆਉਂਦੀ ਹੈ ਜਦੋਂ ਧਰਮ ਰਾਜਸੀ ਵਿਚਾਰਧਾਰਾ ਬਣਦਾ ਹੈ। ਰਾਜਸੀ ਵਿਚਾਰਧਾਰਾ ਦਾ ਮਕਸਦ ਹੁੰਦਾ ਹੈ ਕਿ ਉਸ ਰਾਜਸੀ ਵਿਚਾਰਧਾਰਾ ਦੀ ਟੇਕ ਤੇ ਉਹਨੂੰ ਆਧਾਰ ਬਣਾ ਕੇ ਪੋਲੀਟੀਕਲ ਪਾਵਰ ਲੈਣੀ ਤੇ ਉਹਨੂੰ ਕਾਇਮ ਰੱਖਣਾ। ਬਸ ਇੱਥੋਂ ਤੱਕ ਸਰੋਕਾਰ ਸਿਮਟ ਜਾਂਦਾ ਹੈ। ਜੋ ਉਹਦੇ 'ਚ ਸਬਲਾਈਮ ਐਲੀਮੈਂਟ ਹੈ ਧਰਮ ਦਾ, ਜੋ ਵੱਡੇ ਮਾਨਵੀ ਜਾਂ ਇੱਕ ਬ੍ਰਹਿਮੰਡੀ ਕਾਇਨਾਤੀ ਸਰੋਕਾਰ ਹੈ, ਉਹ ਬਿਲਕੁਲ ਪਾਸੇ ਹੋ ਜਾਂਦੇ ਹੈ। ਧਰਮ ਕੋਈ ਵੀ ਹੈ ਜਦੋਂ ਰਾਜਸੀ ਵਿਚਾਰਧਾਰਾ ਬਣਦਾ, ਇਹ 'ਚ ਕੋਈ ਇਹ ਨਹੀਂ ਵੀ ਉਹਦੇ 'ਚ ਵੱਧ ਪੋਟੈਂਸ਼ੀਅਲ ਹੈ। ਇਹ ਠੀਕ ਹੈ ਕਿ ਹਿੰਦੂ ਧਰਮ 'ਚੋਂ ਵੱਧ ਪੋਟੈਂਸ਼ੀਅਲ ਹੈ, ਉਹਦੇ ਕੋਈ ਨਿਸ਼ਚਿਤ ਕਾਰਨ ਨੇ, ਮੈਂ ਕਿਸੇ ਈਰਖਾ ਜਾਂ ਪ੍ਰੈਜੂਡਿਸ 'ਚੋਂ ਨਹੀਂ, ਉਹ ਆਪਾਂ ਇਸ ਡਿਬੇਟ 'ਚ ਅੱਜ ਇੱਥੇ ਨਹੀਂ ਜਾਂਦੇ। ਸੋ ਉਹ ਤੇ ਲੈਫਟ ਦੀ ਵਿਚਾਰਧਾਰਾ 'ਚ ਇਹ ਅਥਾਹ ਸਮਰੱਥਾ ਸਾਰੀ ਦੁਨੀਆ 'ਚ ਦੇਖ ਲਿਆ ਜਿੱਥੇ ਪਾਵਰ 'ਚ ਆਏ ਨੇ, ਕਿ ਉਹ ਕਿਤੇ ਵੀ ਹਿਊਮਨਿਜ਼ਮ ਨਹੀਂ, ਉੱਥੇ ਇਨਸਾਨ ਮਰ ਜਾਂਦਾ। ਤਿੱਬਤ 'ਚ ਜੋ ਚੀਨ ਨੇ ਕੀਤਾ, ਬਾਕੀ ਰੂਸ 'ਚ ਤਾਂ ਕੋਈ ਅੰਤ ਹੀ ਕੋਈ ਨਹੀਂ, ਤੇ ਕਿਤੇ ਵੀ ਦੇਖ ਲਓ। ਇੱਥੇ ਅਸੀਂ ਉਹਦੇ ਦਰਸ਼ਨ ਕਰ ਰਹੇ ਹਾਂ। ਇਹ ਉਦਣ ਵਾਲੀਆਂ ਭੀੜਾਂ, ਇਹ ਲੈਫਟ ਵੱਲੋਂ ਇਨਸਾਨ ਨੂੰ ਹੈਵਾਨ ਕਿਵੇਂ ਬਣਾਉਣ ਦੀ ਸਮਰੱਥਾ, ਨਫ਼ਰਤ ਕਿੱਡੀ ਭੜਕਾਈ ਜਾ ਸਕਦੀ ਹੈ, ਬੰਦੇ ਨੂੰ ਕਿੱਡਾ ਵੱਡਾ ਦੁਸ਼ਮਣ ਬਣਾ ਕੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਲੋਕਾਂ ਦੇ ਅੰਦਰ ਜਿਹੜਾ ਮਤਲਬ ਲਿੰਚਿੰਗ ਭੀੜਾਂ ਬਣਾਉਣੀਆਂ, ਉਹਨਾਂ ਨੂੰ ਮਤਲਬ ਨਫ਼ਰਤ ਨਾਲ ਅੰਨੇ ਕਰ ਦੇਣਾ, ਪਾਗਲ ਕਰ ਦੇਣਾ, ਇਹ ਸਮਰੱਥਾ ਹਿੰਦੂ ਧਰਮ 'ਚ ਬਾਕੀ ਧਰਮਾਂ ਦੇ ਥੋੜ੍ਹੀ ਜਿਹੀ ਸ਼ਾਇਦ ਜ਼ਿਆਦਾ ਹੈ, ਪਰ ਇਹ ਕੋਈ ਐਡੀ ਗੱਲ ਬਣੀ। ਇਹ ਹੋਰਾਂ ਧਰਮਾਂ 'ਚ ਵੀ ਇਹ ਪ੍ਰਗਟ ਹੋਈ ਹੈ ਤੇ ਹੋ ਰਹੀ ਹੈ। ਸੋ ਉਹਦੇ 'ਚ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਧਰਮ ਜਿਹੜਾ ਨਾ, ਉਹ ਇੱਕ ਰਾਜਸੀ ਵਿਚਾਰਧਾਰਾ 'ਚ ਪਲਟ ਦਿੱਤਾ ਜਾਂਦਾ ਹੈ। ਰਾਜਸੀ ਵਿਚਾਰਧਾਰਾ ਕੀ ਹੁੰਦੀ ਹੈ ਕਿ ਤੁਸੀਂ ਉਸ ਵਿਚਾਰਧਾਰਾ ਦੇ ਆਸਰੇ ਸਟੇਟ ਪਾਵਰ ਹੱਥ 'ਚ ਲੈਣੀ ਹੈ, ਰਾਜ ਆਪਦੇ ਹੱਥ 'ਚ ਲੈਣਾ ਤੇ ਫਿਰ ਉਹਨੂੰ ਕਾਇਮ ਰੱਖਣਾ। ਕਾਂਗਰਸ ਨੇ ਜਾਂ ਭਾਰਤ ਦਾ ਜਿੰਨਾ ਵੀ ਇਹ ਵਰਗ ਹੈ ਹਾਕਮ, ਇਹਨਾਂ ਨੇ ਰਾਸ਼ਟਰਵਾਦ ਨੂੰ ਇੱਕ ਵਿਚਾਰਧਾਰਾ ਦੇ ਤੌਰ ਤੇ ਲਿਆ, ਤੇ ਹਰ ਵਿਚਾਰਧਾਰਾ 'ਚ ਪੋਟੈਂਸ਼ੀਅਲ ਹੈ ਕਿ ਉਹ ਲੋਕਾਂ ਦੇ ਮਨਾਂ 'ਚ ਇੱਕ ਦੁਸ਼ਮਣ ਦਾ ਇਮੇਜ ਬਣਾ ਕੇ, ਟਿਕ ਕੇ ਦੁਸ਼ਮਣ ਫਰਜ਼ੀ, ਉਹਦੇ ਖਿਲਾਫ ਨਫ਼ਰਤ ਭੜਕਾ ਸਕਦੇ ਨੇ ਤੇ ਲੋਕਾਂ ਦੇ ਵਿਸ਼ਾਲ ਹਿੱਸਿਆਂ ਦੀ ਹਮਾਇਤ ਲੈ ਸਕਦੇ ਨੇ। ਸੋ ਹਰ ਰਾਜਸੀ ਵਿਚਾਰਧਾਰਾ 'ਚ, ਜੇ ਸਿੱਖ ਧਰਮ ਨੂੰ ਕੋਈ ਰਾਜਸੀ ਵਿਚਾਰਧਾਰਾ ਬਣਾਉਂਦਾ, ਉਹਦੇ 'ਚ ਵੀ ਇਹ ਪੋਟੈਂਸ਼ੀਅਲ ਆਊਗਾ। ਸੋ ਉਹਦੇ ਨਾਲ ਜਿਹੜਾ ਧਰਮ ਦਾ ਉਦਾਤ ਪੱਖ ਹੈ, ਸਬਲਾਈਮ ਐਲੀਮੈਂਟ, ਉਹ ਪਾਸੇ ਰਹਿ ਜਾਂਦਾ ਹੈ। ਧਰਮ ਦੇ ਸਰੋਕਾਰ ਤਾਂ ਸਮੁੱਚੇ ਮਾਨਵਵਾਦੀ ਜਾਂ ਕਾਇਨਾਤੀ ਨੂੰ, ਮਾਨਵ ਤੱਕ ਵੀ ਕੀ, ਉਹਦੇ 'ਚ ਤਾਂ ਜੋ ਵੀ ਕਾਇਨਾਤ 'ਚ ਹੈ ਉਹ ਤਾਂ ਸਭ ਕੁਛ ਹੀ ਸ਼ਾਮਲ ਹੈ। ਉਹ ਜਿਹੜੀ ਹੈਗੀ ਹੈ ਨਾ, ਉਹ ਵਿਜ਼ਨ, ਉਹ ਦ੍ਰਿਸ਼ਟੀ, ਉਹ ਤਾਂ ਫਿਰ ਉਹ ਖਤਮ ਹੋ ਜਾਂਦੀ ਹੈ। ਫਿਰ ਤਾਂ ਬੰਦਾ ਬਹੁਤ ਨੈਰੋ, ਤੰਗ ਦਿਲ, ਅਸਹਿਣਸ਼ੀਲਤਾ ਤੇ ਨਫ਼ਰਤ ਨਾਲ ਮਤਲਬ ਡੰਗੇ ਹੀ ਰਹਿੰਦਾ ਹੈ। ਸੋ ਇਹ ਇੱਕ ਮਤਲਬ ਵਾਪਰਿਆ ਕਿ ਜਿਹੜਾ ਲੈਫਟ ਹੈ ਤੇ ਜਿਹੜਾ ਇਹ ਬੀਜੇਪੀ ਜਾਂ ਹਿੰਦੂਤਵੀ ਐਲੀਮੈਂਟ ਹੈ, ਇਹ ਦੋ ਜਿਨ੍ਹਾਂ 'ਚ ਇੰਨੀ ਸਮਰੱਥਾ ਹੈ ਇਹ ਕਾਰੇ ਕਰਨ ਦੀ, ਕਿਉਂਕਿ ਕਮਿਊਨਿਸਟਾਂ ਨੇ ਤਾਂ ਸਾਰੀ ਦੁਨੀਆ ਤੇ ਦਿਖਾਇਆ ਜਿੱਥੇ ਵੀ ਪਾਵਰ ਹੱਥ 'ਚ ਆਈ ਹੈ ਉਹਨਾਂ ਨੇ ਕੀ ਕੀਤਾ, ਮਤਲਬ ਕਿੱਡੇ ਕਰੂਰ ਜ਼ੁਲਮ ਕਰ ਸਕਦੇ ਨੇ, ਕਿੰਨੇ ਕਠੋਰ ਹੋ ਸਕਦੇ ਨੇ ਇੱਕ ਖਤਰਾ ਖੜਾ ਕਰਕੇ। ਤੇ ਹਮੇਸ਼ਾ ਹੀ ਬੜੇ ਪਾਇਸ ਵਰਡਸ ਕਿ ਅਸੀਂ ਕੀ ਵਿਚਾਰ ਰਹੇ ਹਾਂ ਭਲਾ, ਉਹ ਬੜੇ ਸ਼ਬਦ ਹੈ ਇਹਨਾਂ ਕੋਲੇ, ਬੜੀ ਇਹਨਾਂ ਕੋਲੇ ਲਫਾਜੀ ਹੈ, ਉਹ ਕਲਾ ਬਹੁਤ ਹੈ ਇਹਨਾਂ ਕੋਲੇ ਭਾਸ਼ਣ ਦੀ। ਸੋ ਇਸ ਕਰਕੇ ਇਹ ਤਾਂ ਕਿਸੇ ਵੀ ਕ੍ਰਾਈਮ ਕਰਨ ਵਾਲਾ ਕਾਮਯਾਬ ਉਹ ਹੈ ਜਿਹੜਾ ਉੱਥੇ ਪਰਦਾ ਪਾ ਜੇ ਤੇ ਇੱਕ ਵੱਡੇ ਜੁਰਮ ਨੂੰ ਮਾਨਵਵਾਦੀ ਕਰਮ ਬਣਾ ਕੇ ਪੇਸ਼ ਕਰਦੇ। ਉਹ ਲੈਫਟ 'ਚ ਜਿੰਨੀ ਸਮਰੱਥਾ ਹੈ ਉਹ ਹੋਰ ਕਿਸੇ 'ਚ ਨਹੀਂ। ਸੋ ਇਸ ਕਰਕੇ ਹੁਣ ਸਿੱਖਾਂ ਸਾਹਮਣੇ ਪ੍ਰੋਬਲਮ ਇਹ ਆ ਗਈ ਹੈ ਕਿ ਦੋ ਵੱਡੀਆਂ ਧਰਾਵਾਂ, ਇੱਕ ਹਿੰਦੂਤਵੀ
ਤੇ ਇੱਕ ਲੈਫਟ, ਜਿਨ੍ਹਾਂ ਦੋਹਾਂ 'ਚ ਹੀ ਅਥਾਹ ਸਮਰੱਥਾ ਹੈ ਲੋਕਾਂ ਦੇ ਅੰਦਰ ਨਫ਼ਰਤ, ਅਸਹਿਣਸ਼ੀਲਤਾ ਭੜਕਾਉਣ ਦੀ, ਉਹ ਸਿੱਖਾਂ ਦੇ ਖਿਲਾਫ ਇਕੱਠੇ ਹੋ ਗਏ। ਸੋ ਉਹਦੀ ਇੱਕ ਝਲਕ ਮਤਲਬ ਉਹ ਦਿਖਾਈ ਆ ਉਹਨਾਂ ਨੇ ਦੀਪ ਦੇ ਮਾਮਲੇ 'ਚ ਤੇ ਇਸ ਅੰਦੋਲਨ ਦੌਰਾਨ, ਤੇ ਉਹਦਾ ਟੂਲ ਬਣ ਗਏ, ਮੈਨੀਪੂਲੇਟ ਕਰ ਲਏ ਉਹਨਾਂ ਨੇ ਜਿਹੜਾ ਨੌਨ ਲੈਫਟ ਸਿੱਖ ਜਾਂ ਜਿਹੜੀਆਂ ਨੌਨ ਲੈਫਟ ਕਿਸਾਨ ਯੂਨੀਅਨਾਂ ਨੂੰ। ਸੋ ਜਿਹੜਾ ਪੋਲੀਟੀਕਲ ਸਰੋਕਾਰ ਹੈ ਨਾ, ਉਹਦੇ 'ਚ ਕਿਸੇ ਦੀ ਪੋਲੀਟੀਕਲ ਪੋਜੀਸ਼ਨਾਂ ਜਿੰਨੀਆਂ ਮਰਜ਼ੀ ਸ਼ਾਰਪ ਹੋਣ, ਕਿਸਾਨ ਯੂਨੀਅਨ ਕੋਈ ਜਿਹੜੀਆਂ ਜਿਵੇਂ ਸੁਰਜੀਤ ਫੂਲ ਹੈ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਆਪਾਂ ਲਈਏ, ਮਤਲਬ ਉਹਦੀਆਂ ਪੋਜੀਸ਼ਨਾਂ ਉਂਝ ਬੜੀਆਂ, ਉਸ ਸਟੇਟ ਨਾਲ ਕੋਈ ਸਮਝੌਤਾ ਨਹੀਂ ਕਰਨਾ। ਉਹ ਖੁਦ ਸ਼ਿਕਾਰ ਹੋ ਰਹੇ ਨੇ, ਉਹ ਤਾਂ ਇੰਨੀ ਵਾਰ ਕੇਸ ਬਣੇ ਨੇ, ਉਹ ਕੁੱਟ ਖਾਧੀ ਆ ਉਹਨੇ, ਪਰ ਸਭ ਤੋਂ ਵੱਧ ਨਫ਼ਰਤ ਜਿਹੜੀ ਉਗਲੀ ਦੀਪ ਸਿੱਧੂ ਦੇ ਖਿਲਾਫ, ਉਹ ਉਹਨੇ ਉਗਲੀ, ਕਿਉਂਕਿ ਇੱਕ ਅਸਹਿਣਸ਼ੀਲਤਾ, ਇੱਕ ਖਤਰਾ ਦਿਸਦਾ ਹੈ ਕਿ ਸਾਡੇ ਸਪੇਸ ਨੂੰ ਕੋਈ ਹੋਰ ਨਾ ਆ ਕੇ ਮੱਲ ਲੇ। ਇਹ ਵੈਸਟਡ ਇੰਟਰਸਟ ਇੱਕ ਮਲਕੀਅਤ ਬਣ ਜਾਂਦੀ ਹੈ, ਜਥੇਬੰਦੀ ਵੀ ਤੇ ਲਹਿਰ ਵੀ ਬੰਦੇ ਦੀ ਬਿਲਕੁਲ ਨਿੱਜੀ ਜਿਵੇਂ ਹੁੰਦਾ। ਉਹ ਰੁਤਬਾ ਹੀ ਐਡਾ, ਪ੍ਰਧਾਨ ਜੀ ਜਿਹੜਾ ਕਹਾਉਣਾ ਨਾ, ਇਹ ਪੁੱਸ ਬਹੁਤ ਹੀ ਹੈਗਾ ਜਦੋਂ ਬੰਦੇ ਨੂੰ ਪ੍ਰਧਾਨ ਵਾਲੀ ਪੋਜੀਸ਼ਨ ਕਿਤੇ ਖੁੱਸਦੀ ਜਾਂਦੀ ਹੈ। ਸੋ ਇਹਦੇ ਵਿੱਚ ਮੇਨ ਵਿਕਟਮ ਜਾਂ ਇਹ ਕਹਿ ਲਓ ਸ਼ਿਕਾਰ ਬਣਿਆ ਜਿਹੜਾ ਜਗਜੀਤ ਸਿੰਘ ਡੱਲੇਵਾਲ, ਇੰਨਾ ਨੇਕ ਬੰਦਾ ਹੈ ਪਰ ਕੋਈ ਵੀ ਪੋਲੀਟੀਕਲ ਦ੍ਰਿਸ਼ਟੀ ਨਹੀਂ, ਨੇਤਰ ਹੁੰਦੇ ਹੋਏ ਵੀ ਨੇਤਰਹੀਨ ਹੋ ਜਾਂਦਾ ਉਦੋਂ ਬੰਦਾ, ਉਹਨੂੰ ਦਿਸਦਾ ਨਹੀਂ ਕੁਛ, ਮੈਨੂੰ ਕੌਣ ਮੈਨੀਪੂਲੇਟ ਕਰ ਗਿਆ। ਸੋ ਜੋਗਿੰਦਰ ਯਾਦਵ ਨੇ ਆ ਇੱਕ ਬਹੁਤ ਵੱਡੀ ਕਰੂਰ ਸ਼ਰਾਰਤ ਕਰ ਗਿਆ ਆਪਦੀ ਸਿੱਖ ਦੁਸ਼ਮਣੀ ਚੋਂ, ਆਪਦੇ ਸੈਕੂਲਰਿਜ਼ਮ ਚੋਂ। ਸੋ ਇਹ ਆ ਹੁਣ ਗਿਆ ਵੀ ਸਿੱਖਾਂ ਦੇ ਸਾਹਮਣੇ ਅੱਜ ਆਹ ਹਾਲਤ ਹੋ ਗਈ। ਕਹਿਣ ਨੂੰ ਇਹ ਕਹਿਣਗੇ ਅਸੀਂ ਖਾਲਿਸਤਾਨੀਆਂ ਤੇ ਹਮਲੇ ਕਰਦੇ ਹਾਂ, ਐਕਚੁਅਲੀ ਸਿੱਖਾਂ 'ਚੋਂ ਉਹਨਾਂ ਨੂੰ ਟਾਰਗੇਟ ਕਰਨਗੇ ਜਿਹੜੇ RSS ਦੀ ਸਿੱਖਾਂ ਨੂੰ ਆਪਦੇ ਅੰਦਰ ਜਜ਼ਬ ਕਰਨ ਦੀ ਜਿਹੜਾ ਏਜੰਡਾ ਉਹਦੇ ਖਿਲਾਫ ਖੜ੍ਹਦੇ ਨੇ। ਉਹਨਾਂ 'ਤੇ ਚੁਣਵਾਂ ਅਟੈਕ ਕੀਤਾ ਜਾਊ। ਸ਼ੁਰੂ ਦੀਪ ਤੋਂ ਹੋ ਗਿਆ ਜਾਂ ਲੱਖੇ ਤੋਂ ਹੋਇਆ, ਇਹ ਉੱਥੋਂ ਤੱਕ ਨਹੀਂ ਰਹਿਣਾ, ਇਹਦਾ ਦਾਇਰਾ ਵੱਧਦਾ ਤੁਰਿਆ ਜਾਊ। ਇਹ 'ਚ ਦੇਖੀ ਹੋਰ ਸ਼ਾਮਲ ਕਰਦੇ 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 ਕਿੱਥੋਂ ਤੱਕ ਪਹੁੰਚ ਗਏ। ਸੋ ਇਸ ਗੱਲ ਵਾਸਤੇ ਸਿੱਖਾਂ ਨੂੰ ਤਿਆਰ ਰਹਿਣਾ ਚਾਹੀਦਾ, ਪਰ ਉਹ ਮਨ 'ਚ ਕੋਈ ਨਫ਼ਰਤ ਨਾ ਲਿਆਉਣ। ਬਹੁਤ ਕੁਛ ਚੱਲਣਾ ਪੈਣਾ। ਇਹ ਜਿਹੜਾ ਚੱਲਣਾ ਕਿਤੇ ਵੀ ਨਾ ਹਿੰਸਕ ਹੋਣਾ, ਨਾ ਕਿਸੇ ਨੇ ਹਥਿਆਰ ਚੁੱਕਣੇ ਨੇ। ਮੈਨੂੰ ਪੱਕਾ ਪਤਾ ਹੈ ਹੁਣ ਸਿੱਖ ਦੇ ਵਿੱਚ ਬਹੁਤ ਫਰਕ ਪਿਆ ਹੈ। ਗੁਰੂ ਦੀ ਬੜੀ ਮਿਹਰ ਹੋਈ ਹੈ, ਗੁਰੂ ਦੇ ਬਹੁਤ ਨੇੜੇ ਹੋਇਆ, ਜਿਹੜਾ ਜਜ਼ਬਾ ਪ੍ਰਗਟ ਹੋਇਆ। ਹੁਣ ਇਹ ਦੋਨੋਂ ਬੰਦੇ ਜਿਹੜੇ ਨਾਇਕ ਦੇ ਇੱਕ ਲੱਛਣ ਦਿਖਾ ਰਹੇ ਨੇ ਜਾਂ ਉੱਭਰ ਕੇ, ਨਾਇਕ ਨਾ ਕਹੀਏ, ਪਾਪੂਲੈਰਿਟੀ ਜਿੰਨੀ ਹੋਈ ਹੈ, ਉਹ ਦੋਨੇ ਸਿੱਖੀ ਸਰੂਪ ਵਾਲੇ ਨਹੀਂ। ਸੋ ਇਹਨਾਂ ਗੱਲਾਂ 'ਚ ਵੀ ਮਤਲਬ ਵੀ ਇਹ ਕੋਈ ਹੋਰ ਗੱਲ ਵਾਪਰ ਰਹੀ ਹੈ ਕਿਤੇ। ਗੁਰੂ ਦੀ ਜਿਹੜੀ ਹੈਗੀ ਨਾ ਯਾਦ, ਉਹ ਮੁੜ ਕੇ ਮਤਲਬ ਲੋਕਾਂ ਦੇ ਮਨਾਂ 'ਚ ਪੈਦਾ ਹੋਵੇ, ਅਤੇ ਇਹਨੇ ਸਿੱਖਾਂ ਨੂੰ ਬਚਾਉਣਾ ਹੈ। ਹੋਣਗੇ ਪਤਾ ਨਹੀਂ ਅਗਲੇ ਕੌਣ ਕੌਣ ਬੰਦੇ ਨੇ ਜਿਹੜੇ ਜੇਲ੍ਹਾਂ 'ਚ ਜਾਣਗੇ, ਜਿਨ੍ਹਾਂ 'ਤੇ ਜ਼ਬਰ ਹੋਊਗਾ। ਉਹ ਕੋਈ ਵੀ ਅਜੇ ਘੇਰਾ ਉਹਦਾ ਵਧਣਾ ਹੈ, ਪਰ ਸਿੱਖਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਕੋਈ ਗੱਲ ਨਹੀਂ, ਇਹ ਪਹਿਲਾ ਮੌਕਾ ਨਹੀਂ। ਸਬਰ ਰੱਖੋ, ਸਿਦਕ। ਹਰਿੰਦਰ ਸਿੰਘ ਮਹਿਬੂਬ ਨੇ ਕਿਹਾ ਕਿ ਸਿਦਕ ਦੇ ਰਾਹ ਆਬਾਦ ਰਹਿਣੇ ਚਾਹੀਦੇ ਨੇ। ਜੇ ਸਿਦਕ ਦੇ ਰਾਹ ਆਬਾਦਨ, ਫਿਰ ਮਿੱਟੀ ਦੇ ਕਣਾਂ 'ਚੋਂ ਵੀ ਖਾਲਸਾ ਪ੍ਰਗਟ ਹੋ ਜੂ। ਖਾਲਸਾ ਆਪਦੀ ਰਾਖ 'ਚੋਂ ਵੀ ਪ੍ਰਗਟ ਹੁੰਦਾ। ਕਖਨੂੰ ਸਾਨੂੰ ਬਾਰ-ਬਾਰ ਦਿਖਾਇਆ। ਬੜੇ ਆਏ ਨੇ ਵੀ ਪੰਜਾਬ ਦੀ ਧਰਤੀ ਤੋਂ ਜਿਹੜੀ ਗੁਰੂ ਜੜ ਲਾ ਗਏ ਗੁਰਮਤਿ ਚਿੰਤਨ ਦੀ, ਉਹ ਪੁੱਟ ਦਿੱਤੀ ਜਾਵੇ। ਬਹੁਤ ਆਏ, ਬੜੇ ਯਤਨ ਹੋਏ, ਪਰ ਉਹ ਆਪ ਸਾਰੇ ਜਿਹੜੇ ਪੁੱਟਣ ਆਏ ਸੀ, ਉਹ ਆਪ ਹੀ ਉਹਨਾਂ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਕਿੱਡੀਆਂ ਸਲਤਨਤਾਂ, ਕਿਹੜੇ ਤਖਤ, ਕਿੰਨੀਆਂ ਸ਼ਾਨੋ ਸ਼ੌਕਤਾਂ ਕਿਧਰੇ ਗਈਆਂ, ਅਤੇ ਲੈਫਟ ਤਾਂ ਕਿਸੇ ਵੀ ਬਾਗ ਦੀ ਮੂਲੀ ਨਹੀਂ। ਸੋ ਹੁਣ ਜਿਹੜੀ ਹਿੰਦੂਤਵੀ ਸਟੇਟ ਹੈ, ਉਹਦੀ ਪਾਲਿਸੀ ਇਹ ਹੈ ਵੀ ਇੱਥੇ ਮਾਰਕਸੀ ਚਿੰਤਨ ਦੀ ਅਤੇ ਈਸਾਈ ਧਰਮ ਦੀ ਜੜ ਲਾਈ ਜਾਵੇ, ਜਿਹੜੇ ਸਿੱਖੀ ਦੀ ਜੜ ਨੂੰ ਖਤਮ ਕਰ ਸਕਣ। ਅਤੇ ਜਿਹੜੀ ਇਹਨਾਂ ਦੀ ਜੜ ਹੈ, ਉਹ ਤਾਂ ਵੱਟ 'ਤੇ ਮੂਲੀਆਂ ਜਿਵੇਂ ਪੁੱਟੀ ਦੀਆਂ, ਉਹ ਤਾਂ ਐਂ ਪੁੱਟ ਸੁੱਟ ਦੇਣਗੇ। ਖੈਰ ਇਹਨਾਂ ਨਾਲ ਵੀ ਨਹੀਂ ਵਾਪਰਨੀ। ਮੈਂ ਅੱਜ ਕਹਿਣਾ, ਇਹਨੂੰ 20 ਸਾਲ ਲੱਗ ਜਾਣ, 30-50 ਲੱਗ ਜਾਣ, ਇਹ ਨੋਟ ਕਰ ਲੈਣੀ ਚਾਹੀਦੀ ਹੈ। ਜੋ ਅੱਜ ਸਾਡੇ ਨਾਲ ਕਰ ਰਹੇ ਹੋ, 80 'ਚ ਵੀ ਕੀਤਾ ਤੁਸੀਂ ਸਰਕਾਰੀ ਸਰਪ੍ਰਸਤੀ ਨਾਲ। ਉਸੇ ਸਰਕਾਰ ਨੇ, ਉਸੇ ਰਾਜ ਨੇ ਇਦੋਂ ਵੀ ਭੈੜੀ ਤਰ੍ਹਾਂ ਤੁਹਾਨੂੰ ਕਰਨਾ ਹੈ, ਅਤੇ ਉਦੋਂ ਤੁਹਾਡੇ ਪੱਖ 'ਚ ਬੋਲਣ ਵਾਲਾ ਕੋਈ ਵੀ ਨਹੀਂ ਹੋਣਾ। ਅੱਜ ਤਾਂ ਅਸੀਂ ਹਾਂ ਜਿਹੜੇ ਵਿਜ਼ਨ ਲੈ ਕੇ ਚੱਲਦੇ ਹਾਂ, ਜਿਹੜੇ ਇੱਕ ਐਡੀ ਫਰਾਖਤ ਲਈ ਲੈ ਕੇ ਚੱਲਦੇ ਹਾਂ ਵੀ ਜ਼ਬਰ ਕਿਸੇ 'ਤੇ ਵੀ ਹੋਵੇ, ਉਹ ਸਾਡਾ ਹੀ ਹੈ। ਸੋ ਇਹ ਹੈ, ਤਿਆਰ ਰਹੋ, ਡੋਲਣਾ ਨਹੀਂ।
ਸਿੱਖ 'ਚ ਬਹੁਤ ਕੁਝ ਆ ਗਿਆ, ਬੜਾ ਭਰੋਸਾ ਆ ਗਿਆ ਗੁਰੂ ਦੇ ਵਿੱਚ। ਸੋ ਇੰਨੀਆਂ ਕੁਝ ਵਿਚਾਰਾਂ ਸੀਗਾ। ਫਿਰ ਜੇ ਮੌਕਾ ਮਿਲਿਆ ਫਿਰ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।